ਹੈਲੋ ਫਰੈਂਡਸ, ਅੱਜ ਅਸੀਂ ਨੈਕਸਟ ਪਾਰਟ ਕਰਨ ਜਾ ਰਹੇ ਹਾਂ ਚੈਪਟਰ 5th ਦਾ ਕਲਾਸ 9 ਦਾ। ਤੁਹਾਨੂੰ ਯਾਦ ਹੋਏਗਾ ਆਪਾਂ ਚੈਪਟਰ 5th ਚੱਲ ਰਿਹਾ ਸੀ 9th ਕਲਾਸ ਦਾ, ਉਸ ਦੇ ਰਿਗਾਰਡਿੰਗ ਹੀ ਗੱਲ ਕਰਨ ਜਾ ਰਹੇ ਹਾਂ। ਉਸ ਦਾ ਨੈਕਸਟ ਪਾਰਟ ਅਸੀਂ ਆਪਣੇ ਪਿਛਲੇ ਪਾਰਟ 'ਚ ਪੜ੍ਹਿਆ ਸੀਗਾ ਸੈੱਲ ਕੀ ਹੈ, ਸੈੱਲ ਨੂੰ ਕਿਸ ਨੇ ਖੋਜਿਆ, ਅਤੇ ਸੰਖਿਆ ਦੇ ਆਧਾਰ 'ਤੇ ਅਸੀਂ ਜੀਵਾਂ ਨੂੰ ਸੈੱਲ ਦੀ ਸੰਖਿਆ ਦੇ ਆਧਾਰ 'ਤੇ ਅਸੀਂ ਜੀਵਾਂ ਨੂੰ ਦੋ ਭਾਗਾਂ 'ਚ ਵੰਡਿਆ ਸੀ। ਇੱਕ ਸੀਗਾ ਇੱਕ ਸੈੱਲੀ ਜੀਵ, ਦੂਜਾ ਸੀਗਾ ਬਹੁਸੈੱਲੀ ਜੀਵ। ਹੁਣ ਅਸੀਂ ਬਹੁਸੈੱਲੀ ਜੀਵਾਂ ਦੇ ਵਿੱਚ ਪਾਏ ਜਾਣ ਵਾਲੇ ਵੱਖਰੇ ਵੱਖਰੇ ਤਰ੍ਹਾਂ ਦੇ ਸੈੱਲ ਦੇ ਬਾਰੇ ਅਧਿਐਨ ਕਰਾਂਗੇ। ਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਇਹ ਸਾਡੇ ਕੋਲ ਵੱਖਰੇ ਵੱਖਰੇ ਸੈੱਲ ਹਨ ਜੋ ਕਿ ਮਨੁੱਖੀ ਸਰੀਰ ਦੇ ਵਿੱਚ ਪਾਏ ਜਾਂਦੇ ਹਨ। ਠੀਕ ਹੈ, ਹੁਣ ਸਭ ਤੋਂ ਪਹਿਲਾਂ ਜਿਹੜਾ ਆ ਤੁਹਾਨੂੰ ਸੈੱਲ ਦਿਖ ਰਿਹਾ ਹੈ, ਇਹ ਸੈੱਲ ਹੈ ਧਾਰੀ ਰਹਿਤ। ਜਿਹੜੇ ਹੈ ਸਾਡੇ ਕੋਲ ਮਸਲ ਹੁੰਦੇ ਹਨ, ਉਹ ਸੈੱਲ ਹੈ ਇਹ। ਠੀਕ ਹੈ, ਧਾਰੀ ਰਹਿਤ ਪੇਸ਼ੀ ਸੈੱਲ, ਮਸਲ ਸੈੱਲ, ਪੇਸ਼ੀ ਮਤਲਬ ਮਸਲ ਸੈੱਲ ਧਾਰੀ ਰਹਿਤ ਹੁੰਦੇ ਹਨ, ਉਹ ਹੈ ਉਹਦੀ ਸਟਰਕਚਰ ਹੈ, ਉਹਦੀ ਡਾਇਗਰਾਮ ਹੈ। ਦੂਜਾ ਜਿਹੜਾ ਸਾਨੂੰ ਸੈੱਲ ਦਿਖ ਰਿਹਾ ਹੈ, ਦੂਜਾ ਸੈੱਲ ਜਿਹੜਾ ਹੈ ਉਹ ਹੈ ਲਹੂ ਕੋਸ਼ਿਕਾ। ਠੀਕ ਹੈ, ਲਹੂ ਕੋਸ਼ਿਕਾ, ਜਿਹਨੂੰ ਅਸੀਂ ਜਿਵੇਂ ਕਿ ਆਰ ਬੇਸਿਸ, ਡਬਲਿਊ ਬੇਸਿਸ, ਇਹਦੇ 'ਚ ਸਭ ਕੁਛ ਦਿਖਾ ਰਹੇ ਆ ਲਹੂ ਕੋਸ਼ਿਕਾ ਦੇ ਵਿੱਚ। ਆਹ ਜਿਹੜਾ ਸੈੱਲ ਤੁਹਾਨੂੰ ਦਿਖ ਰਿਹਾ ਹੈ, ਇਹ ਹੈ ਨਰਵ ਸੈੱਲ, ਨਾੜੀ ਕੋਸ਼ਿਕਾ, ਜਿਹੜਾ ਕਿ ਸਾਡੇ ਬ੍ਰੇਨ ਦੇ ਵਿੱਚ ਹੁੰਦਾ ਹੈ। ਠੀਕ ਹੈ, ਨਾੜੀ ਕੋਸ਼ਿਕਾ ਸਾਡੇ ਬ੍ਰੇਨ ਦੇ ਵਿੱਚ ਹੁੰਦਾ ਹੈ। ਫਿਰ ਉਸ ਤੋਂ ਅੱਗੇ ਤੁਹਾਨੂੰ ਜਿਹੜਾ ਸੈੱਲ ਦਿਖ ਰਿਹਾ ਹੈ ਉਹ ਹੈ ਅੰਡਾਣੂ, ਜਿਹੜਾ ਕਿ ਸਿਰਫ ਔਰ ਸਿਰਫ ਮਾਦਾ ਦੇ ਵਿੱਚ, ਮਨੁੱਖੀ ਮਾਦਾ ਦੇ ਵਿੱਚ ਪਾਇਆ ਜਾਂਦਾ ਹੈ। ਅੰਡਾਣੂ ਹੋਰ ਵੀ ਮਤਲਬ ਜਿਹੜੀ ਮਾਦਾ ਜੀਵ ਹੁੰਦੇ ਹਨ ਉਹਨਾਂ 'ਚ ਪਾਇਆ ਜਾਂਦਾ ਹੈ, ਪਰ ਜਿਹੜਾ ਆਹ ਅੰਡਾਣੂ ਤੁਹਾਨੂੰ ਦਿਖਾ ਰਹੇ ਹਨ, ਇਹ ਕਿਹੜਾ ਅੰਡਾਣੂ ਹੈ? ਇਹ ਜਿਹੜਾ ਮਨੁੱਖੀ ਮਾਦਾ 'ਚ ਪਾਇਆ ਜਾਂਦਾ ਹੈ। ਇਹ ਹੈ ਜੀ ਅਸਥੀ ਸੈੱਲ। ਅਸਥੀ ਮਤਲਬ ਜਿਹੜੀਆਂ ਹੱਡੀਆਂ ਬਣਦੀਆਂ, ਬੋਨ ਬਣਦੀਆਂ ਹਨ, ਉਹ ਇਹਨਾਂ ਸੈੱਲਾਂ ਦੇ ਨਾਲ ਹੀ ਬਣਦੀਆਂ ਹਨ। ਇਹਨੂੰ ਅਸਥੀ ਸੈੱਲ ਕਹਿੰਦੇ ਆ। ਇਹਦੇ ਬਾਰੇ ਡਿਟੇਲ ਅਸੀਂ ਨੈਕਸਟ ਚੈਪਟਰ 'ਚ ਕਰਾਂਗੇ। ਆਹ ਜਿਹੜਾ ਹੈ ਜੀ, ਇਹ ਹੈ ਸ਼ੁਕਰਾਣੂ। ਤੁਹਾਨੂੰ ਪਤਾ ਹੋਏਗਾ ਸਭ ਤੋਂ ਛੋਟਾ, ਮਨੁੱਖੀ ਸਰੀਰ ਦਾ ਸਭ ਤੋਂ ਛੋਟਾ ਸੈੱਲ ਸ਼ੁਕਰਾਣੂ। ਫਿਰ ਆਹ ਜਿਹੜਾ ਸੈੱਲ ਆ ਰਿਹਾ ਜੀ, ਇਹ ਤੁਹਾਡੇ ਕੋਲ ਆ ਰਿਹਾ ਚਰਬੀ ਸੈੱਲ। ਇਹ ਸਾਡੀ ਜਿਹੜੀ ਸਕਿਨ ਹੁੰਦੀ ਹੈ, ਜਿਹੜੀ ਸਾਡੇ ਉੱਪਰ ਵਾਲੀ ਚਮੜੀ ਹੁੰਦੀ ਹੈ, ਉਹਦੇ ਨੀਚੇ ਬਹੁਤ ਪਰਤਾਂ ਦੇ ਨੀਚੇ ਚਰਬੀ ਸੈੱਲ ਵੀ ਪਾਇਆ ਜਾਂਦਾ ਹੈ ਕਿਤੇ ਕਿਤੇ ਥਾਂ 'ਤੇ। ਜਿਵੇਂ ਕਿ ਸਾਡੇ ਜਿੱਥੇ ਸੋਫਟ ਔਰਗਨ ਪ੍ਰੈਜ਼ੈਂਟ ਹੁੰਦੇ ਹਨ, ਜਿਵੇਂ ਕਿ ਸਾਡਾ ਹਾਰਟ ਹੋ ਗਿਆ, ਸਾਡੇ ਕਿਡਨੀ ਹੋ ਗਈਆਂ, ਅਤੇ ਇਹਨਾਂ ਦੇ ਆਸ ਪਾਸ ਇਹਨਾਂ ਨੂੰ ਪ੍ਰੋਟੈਕਟ ਕਰਨ ਲਈ ਉੱਥੇ ਮੋਸਟਲੀ ਚਰਬੀ ਸੈੱਲ ਪਾਏ ਜਾਂਦੇ ਹਨ। ਠੀਕ ਹੈ, ਅਤੇ ਹਰ ਸੈੱਲ ਦਾ ਜਿਹੜਾ ਆਕਾਰ ਹੁੰਦਾ ਹੈ ਉਹ ਡਿਪੈਂਡ ਕਰਦਾ ਹੈ ਉਹਦਾ ਕੰਮ ਕੀ ਹੈ। ਉਹਦੇ ਕੰਮ ਦੇ ਆਧਾਰ 'ਤੇ ਉਹਦਾ ਆਕਾਰ ਜਿਹੜਾ ਹੁੰਦਾ ਹੈ ਉਹ ਬਦਲਦਾ ਹੈ, ਜਾਂ ਫਿਰ ਆਪਾਂ ਕਹਿ ਸਕਦੇ ਹਾਂ ਕਿ ਉਹ ਆਪਣਾ ਆਕਾਰ ਬਦਲ ਲੈਂਦਾ ਹੈ। ਜਿਵੇਂ ਕਿ ਆਪਾਂ ਅਗਰ ਗੱਲ ਕਰੀਏ ਅਮੀਬਾ ਸੈੱਲ ਦੀ, ਅਮੀਬਾ ਜਿਹੜਾ ਹੁੰਦਾ ਹੈ ਉਹ ਆਪਣੇ ਅਕੋਰਡਿੰਗ ਆਕਾਰ ਬਦਲ ਲੈਂਦਾ ਹੈ, ਆਪਣੇ ਕੰਮ ਦੇ ਅਕੋਰਡਿੰਗ ਆਕਾਰ ਬਦਲ ਲੈਂਦਾ ਹੈ। ਅੱਗੇ ਮੈਂ ਤੁਹਾਨੂੰ ਅਮੀਬਾ ਦੀ ਡਾਇਗਰਾਮ ਦਿਖਾਵਾਂਗੀ, ਜਿਹਦੇ 'ਚ ਤੁਹਾਨੂੰ ਇਹ ਹੋਰ ਜ਼ਿਆਦਾ ਕਲੀਅਰ ਹੋ ਜਾਏਗਾ ਕਿ ਅਮੀਬਾ ਕਿਸ ਤਰ੍ਹਾਂ ਕੰਮ ਕਰਦਾ ਹੈ। ਅਤੇ ਉਸ ਤੋਂ ਬਾਅਦ ਇਹ ਸਾਰੇ ਚੀਜ਼ ਤੁਸੀਂ ਇੱਥੇ ਪੜ੍ਹ ਲਓਗੇ, ਆਹ ਵਾਲੇ ਭਾਗ ਦੇ ਵਿੱਚ ਪੜ੍ਹ ਲਓਗੇ। ਠੀਕ ਹੈ, ਹੁਣ ਅਸੀਂ ਨੈਕਸਟ ਕਰਦੇ ਹਾਂ ਕਿ ਸੈੱਲ ਸਾਡੇ ਸਰੀਰ ਦਾ ਕੀ ਸਭ ਤੋਂ ਛੋਟਾ ਅੰਗ ਹੈ, ਜਾਂ ਇਸ ਤੋਂ ਇਲਾਵਾ ਵੀ ਇਹਦੇ ਅੰਦਰ ਵੀ ਕੋਈ ਛੋਟੇ ਅੰਗ ਹਨ। ਅਤੇ ਹਾਂਜੀ, ਸੈੱਲ ਦੇ ਅੰਦਰ ਜਿਵੇਂ ਮਨੁੱਖ ਆਪਣੇ ਕੰਮ ਨੂੰ ਵੰਡ ਲੈਂਦੇ ਹਨ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਗਰ ਇੱਕ ਮੰਨ ਲਓ ਕਿ ਸਕੂਲ ਇੱਕ ਸੈੱਲ ਹੈ, ਸਕੂਲ ਨੂੰ ਇੱਕ ਸੈੱਲ ਮੰਨ ਲਓ, ਉਹਦੇ 'ਚ ਜਿਹੜਾ ਹੈਡ ਹੈ, ਪ੍ਰਿੰਸੀਪਲ ਹੈ, ਉਹਨੂੰ ਤੁਸੀਂ ਇੱਕ ਨਿਊਕਲੀਅਸ ਮੰਨ ਲਓ, ਕੇਂਦਰਕ ਮੰਨ ਲਓ। ਬਾਕੀ ਸਾਰੇ ਟੀਚਰਸ ਨੂੰ ਤੁਸੀਂ ਨਿੱਕੜੇ ਅੰਗ, ਹੋਰ ਛੋਟੇ ਛੋਟੇ ਅੰਗ ਮੰਨ ਲਓ। ਹੁਣ ਜਿਹੜੇ ਪ੍ਰਿੰਸੀਪਲ ਹੁੰਦਾ ਉਹ ਸਭ ਨੂੰ ਆਦੇਸ਼ ਦਿੰਦਾ ਹੈ, ਹਰ ਟੀਚਰ ਨੂੰ ਆਦੇਸ਼ ਦਿੰਦਾ ਤੁਸੀਂ ਆਹ ਪੜ੍ਹਾਉਣਾ, ਤੁਸੀਂ ਆਹ ਪੜ੍ਹਾਉਣਾ। ਤੁਹਾਨੂੰ ਪਤਾ ਹਰ ਟੀਚਰ ਆਪਣੇ ਜਿਹੜੇ ਸਬਜੈਕਟ 'ਚ ਮਾਹਿਰ ਹੁੰਦਾ। ਠੀਕ ਹੈ, ਔਰ ਉਹੀ
ਪੂਰੇ ਸੈੱਲ ਨੂੰ ਔਰਗਨਾਈਜ਼ ਕਰਨ ਦੇ ਤਰੀਕੇ ਲਈ ਉਹ ਕੌਣ ਉਹਨੂੰ ਆਰਡਰ ਦਿੰਦਾ? ਬਾਕੀ ਸਾਰੇ ਟੀਚਰਸ ਨੂੰ, ਜਿਹੜਾ ਉਹਦਾ ਕੇਂਦਰਕ, ਜਿਹੜਾ ਉਹਦਾ ਹੈੱਡ ਹੁੰਦਾ ਹੈ। ਸੇਮ ਚੀਜ਼ ਸੈੱਲ ਦੇ ਵਿੱਚ ਹੁੰਦੀ ਹੈ ਪੁੱਤਰ ਜੀ। ਸੈੱਲ ਜਿਹੜਾ ਹੈ, ਸੈੱਲ ਆਪਣੇ ਖਾਸ ਘਟਕਾਂ ਦੇ ਨਾਲ ਬਣਿਆ ਹੁੰਦਾ ਹੈ, ਜਿਹਨੂੰ ਆਹ ਦੇਖੋ ਇੱਥੇ ਲਿਖਿਆ ਕਿ ਸੈੱਲ ਆਪਣੇ ਕੰਮ ਨੂੰ ਬਦਲ ਦਿੰਦਾ ਹੈ ਕਿਉਂਕਿ ਸੈੱਲ ਅਜਿਹੇ ਕੁਝ ਖਾਸ ਘਟਕਾਂ ਦਾ ਬਣਿਆ ਹੁੰਦਾ ਹਨ ਜਿਨ੍ਹਾਂ ਨੂੰ ਅਸੀਂ ਨਿੱਕੜੇ ਅੰਗ ਕਹਿੰਦੇ ਹਾਂ। ਔਰ ਇਹ ਨਿੱਕੜੇ ਅੰਗ ਆਪਣੇ ਆਪਣੇ ਕੰਮਾਂ ਦੇ ਵਿੱਚ ਕੀ ਹੁੰਦੇ ਆ? ਮਾਹਿਰ ਹੁੰਦੇ ਆ, ਉਸ ਸੈੱਲ ਦੇ ਵਿੱਚ ਕੰਮ ਕਰਦੇ ਆ। ਮਤਲਬ ਸੈੱਲ ਵੀ ਆਪਣਾ ਕੰਮ ਜਿਹੜਾ ਹੁੰਦਾ ਉਹ ਡਿਵਾਈਡ ਕਰਕੇ ਕਰਦਾ ਹੈ। ਜਿਵੇਂ ਪਦਾਰਥਾਂ ਦਾ ਨਿਕਾਸ ਹੋਣਾ ਜਾਂ ਪਦਾਰਥਾਂ ਨੂੰ ਅੰਦਰ ਲੈ ਕੇ ਆਉਣਾ, ਇਹ ਸੈੱਲ ਦੇ ਜਿਹੜੇ ਨਿੱਕੜੇ ਅੰਗ ਆ ਉਹ ਕੰਮ ਕਰਦੇ ਹਨ। ਇਹਨਾਂ ਨਿੱਕੜੇ ਅੰਗਾਂ ਦੇ ਕਾਰਨ ਹੀ ਸੈੱਲ ਜੀਵਿਤ ਰਹਿੰਦਾ ਹੈ, ਕਿਉਂਕਿ ਇਹ ਸਾਰੇ ਸੈੱਲ ਨੂੰ ਜੀਵਿਤ ਰੱਖਣ ਲਈ ਪਦਾਰਥਾਂ ਦਾ ਅੰਦਰ ਲੈ ਕੇ ਜਾਣਾ, ਜਿਹੜੇ ਪਦਾਰਥ ਨਹੀਂ ਚਾਹੀਦੇ ਉਹਨਾਂ ਨੂੰ ਬਾਹਰ ਕੱਢਣਾ, ਉਹ ਸਾਰੇ ਕੰਮ ਇਹ ਨਿੱਕੜੇ ਅੰਗ ਕਰਦੇ ਹਨ। ਅਤੇ ਇਹਨਾਂ ਨਿੱਕੜੇ ਅੰਗਾਂ ਕਰਕੇ ਹੀ ਜਿਹੜਾ ਸੈੱਲ ਹੁੰਦਾ ਜੀਵਿਤ ਰਹਿੰਦਾ। ਤਾਂ ਆਹ ਵਾਲੀ ਲਾਈਨ 'ਚ ਦੇਖੋ ਤੁਸੀਂ, ਇਹ ਲਿਖਿਆ ਕਿ ਇਹ ਨਿੱਕੜੇ ਅੰਗ ਮਿਲ ਕੇ ਇੱਕ ਮੂਲ ਇਕਾਈ ਬਣਾਉਂਦੇ ਹਨ, ਜਿਸ ਨੂੰ ਕੀ ਕਹਿੰਦੇ ਹਨ? ਕੋਸ਼ਿਕਾ ਕਹਿੰਦੇ ਹਨ, ਜਿਹਨੂੰ ਅਸੀਂ ਕੋਸ਼ਿਕਾ ਕਹਿੰਦੇ ਹਾਂ। ਅਤੇ ਸਾਰੇ ਸੈੱਲਾਂ ਵਿੱਚੋਂ ਇੱਕੋ ਤਰ੍ਹਾਂ ਦੇ ਨਿੱਕੜੇ ਅੰਗ ਹੁੰਦੇ ਹਨ, ਇਸ ਦਾ ਕੋਈ ਫਰਕ ਨਹੀਂ ਪੈਂਦਾ ਕਿ ਉਹ ਕਿਸ ਸੈੱਲ ਦੇ ਵਿੱਚ ਕੰਮ ਕਰਦੇ ਹਨ ਜਾਂ ਕਿਹੜਾ ਕੰਮ ਕਰਦੇ ਹਨ। ਮਤਲਬ ਹਰ ਸੈੱਲ ਦੇ ਵਿੱਚ ਜਿਹੜੇ ਨਿੱਕੜੇ ਅੰਗ ਹੁੰਦੇ ਹਨ, ਆਪਾਂ ਪੜ੍ਹਾਂਗੇ ਨਿੱਕੜੇ ਅੰਗ ਕਿਹੜੇ ਕਿਹੜੇ ਹਨ, ਉਹ ਸਾਰੇ ਸੈੱਲਾਂ ਦੇ ਵਿੱਚ ਸੇਮ ਹੁੰਦੇ ਹਨ। ਚਾਹੇ ਉਹ ਸਾਡੀ ਕਿਡਨੀ ਦਾ ਸੈੱਲ ਹੈ, ਚਾਹੇ ਉਹ ਸਾਡੇ ਦਿਮਾਗ ਦਾ ਸੈੱਲ ਹੈ, ਠੀਕ ਹੈ, ਚਾਹੇ ਉਹ ਸਾਡੇ ਚਮੜੀ ਦਾ ਸੈੱਲ ਹੈ, ਚਾਹੇ ਉਹ ਸਾਡੀ ਆਪਾਂ ਕਹਿ ਸਕਦੇ ਹਾਂ ਡਾਈਜੈਸਟਿਵ ਸਿਸਟਮ ਦਾ ਸੈੱਲ ਹੈ, ਮਤਲਬ ਪਾਚਨ ਤੰਤਰ ਦਾ ਸੈੱਲ ਹੈ। ਸਾਰੇ ਸੈੱਲਾਂ ਦੇ ਵਿੱਚ ਨਿੱਕੜੇ ਅੰਗ ਸੇਮ ਤਰ੍ਹਾਂ ਦੇ ਹੁੰਦੇ ਹਨ, ਪਰ ਫਰਕ ਹੁੰਦਾ ਹੈ ਉਹਨਾਂ ਦੇ ਨੰਬਰ ਦੇ ਵਿੱਚ, ਉਹਨਾਂ ਦੀ ਸੰਖਿਆ ਦੇ ਵਿੱਚ। ਉਹ ਕਿੰਨੇ ਹਨ, ਉਹ ਸੰਖਿਆ ਡਿਪੈਂਡ ਕਰਦੀ ਹੈ ਉਹ ਕਿਹੜਾ ਕੰਮ ਕਰ ਰਹੇ ਹਨ, ਕਿਹੜਾ ਨਹੀਂ ਕਰ ਰਹੇ ਹਨ। ਪਰ ਸਾਰਿਆਂ ਦੇ ਵਿੱਚ ਨਿੱਕੜੇ ਅੰਗ ਜਿਹੜੇ ਹੁੰਦੇ ਹਨ ਸੇਮ ਹੁੰਦੇ ਹਨ। ਹੁਣ ਅੱਗੋਂ ਜਿਹੜੇ ਆ ਕੁਐਸਚਨ ਦਿੱਤੇ ਆ, ਸੈੱਲ ਦੀ ਖੋਜ ਕਿਸਨੇ ਅਤੇ ਕਿਵੇਂ ਕੀਤੀ, ਇਹ ਤੁਹਾਨੂੰ ਸਮਝ ਆ ਗਿਆ ਹੋਣਾ। ਅਤੇ ਸੈੱਲ ਦੇ ਜੀਵਨ ਦੀ ਸੰਰਚਨਾਤਮਕ ਅਤੇ ਕਿਰਿਆਤਮਕ ਇਕਾਈ ਕਿਉਂ ਕਹਿੰਦੇ ਹਨ, ਇਹ ਵੀ ਮੈਂ ਤੁਹਾਨੂੰ ਸਮਝਾਤਾ ਹੈ ਕਿ ਆਪਾਂ ਉਹਨੂੰ ਸੰਰਚਨਾਤਮਕ ਔਰ ਕਿਰਿਆਤਮਕ ਇਕਾਈ ਕਿਉਂ ਕਹਿੰਦੇ ਹਾਂ। ਠੀਕ ਹੈ, ਹੁਣ ਆਪਾਂ ਅੱਗੋਂ ਚੱਲਦੇ ਹਾਂ ਕਿ ਸੈੱਲ ਕਿਸ ਦਾ ਬਣਿਆ ਹੁੰਦਾ ਹੈ। ਬੱਚੇ, ਜਦੋਂ ਤੁਸੀਂ ਮਾਈਕਰੋਸਕੋਪ ਦੇ ਮਤਲਬ ਸੂਖਮਦਰਸ਼ੀ ਦੇ ਥੱਲੇ ਸੈੱਲ ਨੂੰ ਵੇਖਦੇ ਹੋ, ਤੁਸੀਂ ਤਿੰਨ ਚੀਜ਼ਾਂ ਨੂੰ ਵੇਖੋਗੇ। ਸੂਖਮਦਰਸ਼ੀ ਦੇ ਨੀਚੇ ਜਦੋਂ ਤੁਸੀਂ ਸੈੱਲ ਵੇਖਦੇ ਹੋ ਤਾਂ ਤੁਸੀਂ ਉਹਦੇ ਵਿੱਚ ਤਿੰਨ ਚੀਜ਼ਾਂ ਦੇਖੋਗੇ। ਸਭ ਤੋਂ ਪਹਿਲਾਂ ਤੁਸੀਂ ਦੇਖੋਗੇ ਪਲਾਜ਼ਮਾ ਝਿੱਲੀ, ਇਹ ਤੁਸੀਂ 8ਵੀਂ ਦੇ ਵਿੱਚ ਕੀਤਾ ਹੋਇਆ, ਠੀਕ ਹੈ। ਪਲਾਜ਼ਮਾ ਝਿੱਲੀ। ਦੂਜੀ ਚੀਜ਼ ਹੈ ਸਾਡੇ ਕੋਲ ਕੇਂਦਰਕ, ਦੂਜਾ ਸਾਨੂੰ ਕੀ ਦਿਖੇਗਾ? ਕੇਂਦਰਕ। ਅਤੇ ਤੀਜਾ ਸਾਨੂੰ ਕੀ ਦਿਖੇਗਾ? ਸੈੱਲ ਦ੍ਰਵ। ਇਹ ਆਪਾਂ ਜਦੋਂ ਸਿੰਪਲ ਜਿਹੜੇ ਆਪਣੇ ਸਕੂਲਾਂ ਦੇ ਵਿੱਚ ਮਾਈਕਰੋਸਕੋਪ ਹੁੰਦਾ ਉਹਦੇ ਵਿੱਚ ਦੇਖਦੇ ਹਾਂ ਤਾਂ ਉਦੋਂ ਆਪਾਂ ਨੂੰ ਆਹ ਤਿੰਨ ਚੀਜ਼ਾਂ ਦਿਖਦੀਆਂ। ਬਾਹਰ ਵਾਲੀ ਪਰਤ ਜਿਹੜੀ ਹੁੰਦੀ ਹੈ ਉਸ ਨੂੰ ਅਸੀਂ, ਜਿਵੇਂ ਆਹ ਸਾਡੇ ਕੋਲ ਬਾਹਰ ਵਾਲੀ ਪਰਤ ਹੈ, ਮੰਨ ਲਓ ਆਹ ਬਾਹਰ ਪਰਤ ਹੈ, ਇਹਨੂੰ ਅਸੀਂ ਕਹਿੰਦੇ ਪਲਾਜ਼ਮਾ ਝਿੱਲੀ ਜਾਂ ਫਿਰ ਇਹਨੂੰ ਅਸੀਂ ਕਹਿੰਦੇ ਹਾਂ ਸੈੱਲ ਝਿੱਲੀ, ਠੀਕ ਹੈ। ਫਿਰ ਉਸ ਦੇ ਅੰਦਰ ਬੱਚੇ ਸਾਨੂੰ ਇੱਕ ਸੈਂਟਰ ਦੇ ਵਿੱਚ, ਜੇ ਤਾਂ ਤੁਸੀਂ ਜੰਤੂ ਸੈੱਲ ਵੇਖ ਰਹੇ ਹੋ ਤਾਂ ਸੈਂਟਰ 'ਚ, ਜੇ ਤੁਸੀਂ ਪਲਾਂਟ ਸੈੱਲ ਦੇਖ ਰਹੇ ਹੋ ਮਤਲਬ ਪੌਦਾ ਸੈੱਲ ਦੇਖ ਰਹੇ ਹੋ ਤਾਂ ਉਹਦੀ ਸਾਈਡ 'ਤੇ ਇਸ ਜਗ੍ਹਾ 'ਤੇ ਤੁਹਾਨੂੰ ਇੱਕ ਗੋਲਾ ਆਕਾਰ ਦੀ ਸਟਰਕਚਰ ਦਿਖੇਗੀ, ਜਿਹਨੂੰ ਅਸੀਂ ਕੀ ਕਹਾਂਗੇ? ਕੇਂਦਰਕ। ਆਹ ਸਾਡੀ ਹੈ ਪਲਾਜ਼ਮਾ ਝਿੱਲੀ, ਆਹ ਸਾਡਾ ਹੈ ਕੇਂਦਰਕ, ਠੀਕ ਹੈ। ਫਿਰ ਇੱਥੇ ਤੁਹਾਨੂੰ ਕੁਛ ਲਿਕੁਇਡ ਟਾਈਪ, ਜਿਵੇਂ ਤੁਸੀਂ ਇੱਕ ਜੈਲੀ ਖਾਂਦੇ ਹੋ ਉਹਦੇ ਵਿੱਚ ਜਿਵੇਂ ਦਾ ਮਟੀਰੀਅਲ ਹੁੰਦਾ ਹੈ ਸੈਮੀ ਸੋਲਿਡ ਟਾਈਪ, ਮਤਲਬ ਨਾ ਤਾਂ ਉਹ ਦ੍ਰਵ ਦੇ ਵਿੱਚ ਹੁੰਦਾ ਹੈ ਨਾ ਉਹ ਠੋਸ ਹੁੰਦਾ ਹੈ, ਤਾਂ ਉਸ ਤਰ੍ਹਾਂ ਦਾ ਕੁਛ ਮਟੀਰੀਅਲ ਦਿਖੇਗਾ। ਆਹ ਮਟੀਰੀਅਲ ਨੂੰ ਅਸੀਂ ਕਹਾਂਗੇ ਸੈੱਲ ਦ੍ਰਵ। ਉਮੀਦ ਹੈ ਕਿ ਇੰਨਾ ਤੁਹਾਨੂੰ ਸਮਝ ਆ ਗਿਆ ਹੋਏਗਾ। ਜਿੱਥੋਂ ਵੀ ਤੁਹਾਨੂੰ ਪ੍ਰੋਬਲਮ ਲੱਗੇ ਤੁਸੀਂ ਰਿਪੀਟ ਕਰ ਸਕਦੇ ਹੋ ਇਹ ਵੀਡੀਓ। ਅਗਰ ਫਿਰ ਵੀ ਨਹੀਂ ਸੁਲਝਦੀ ਤਾਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ। ਨੈਕਸਟ ਅਸੀਂ ਕਰਨ ਜਾ ਰਹੇ ਹਾਂ ਪਲਾਜ਼ਮਾ ਝਿੱਲੀ ਜਾਂ ਸੈੱਲ ਝਿੱਲੀ ਦੇ ਬਾਰੇ ਪੜ੍ਹਨ ਜਾ ਰਹੇ ਹਾਂ।
ਹੁਣ ਬੱਚੇ ਪਲਾਜ਼ਮਾ ਝਿੱਲੀ ਦੀ ਅਗਰ ਅਸੀਂ ਗੱਲ ਕਰਦੇ ਹਾਂ ਤਾਂ ਆਹ ਕੀ ਚੀਜ਼ ਹੈ। ਲਾਈਕ ਅਗਰ ਮੈਂ ਕੁਛ ਇਸ ਤਰ੍ਹਾਂ ਦੀ ਸਟਰਕਚਰ ਬਣਾਉਂਦੀ ਹਾਂ, ਇਹ ਸਾਡੇ ਕੋਲ ਹੈ ਪਲਾਜ਼ਮਾ ਝਿੱਲੀ। ਆਹ ਪਲਾਜ਼ਮਾ ਝਿੱਲੀ ਹੈ, ਠੀਕ ਹੈ। ਮਤਲਬ ਕਿ ਇਹ ਸੈੱਲ ਦਾ ਬਾਹਰ ਵਾਲਾ ਹਿੱਸਾ। ਹੁਣ ਸੈੱਲ ਦੇ ਬਾਹਰ ਇਹ ਹਿੱਸਾ ਇੱਕ ਗਾਰਡ ਦੀ ਤਰ੍ਹਾਂ ਕੰਮ ਕਰਦਾ ਹੈ। ਮਤਲਬ ਇਹਨੇ ਇਹ ਦੇਖਣਾ ਹੈ ਕਿਹੜੀ ਚੀਜ਼ ਸੈੱਲ ਦੇ ਬਾਹਰੋਂ ਅੰਦਰ ਜਾਏਗੀ ਜਾਂ ਸੈੱਲ ਦੇ ਅੰਦਰੋਂ ਬਾਹਰ ਜਾਏਗੀ। ਇਹ ਸਾਰਾ ਦੀ ਸਾਰੀ ਚੀਜ਼ ਕੰਟਰੋਲ ਕਰਨ ਦਾ ਕੰਮ ਕਿਹਦਾ ਹੋਏਗਾ? ਸੈੱਲ ਝਿੱਲੀ ਦਾ। ਮਤਲਬ ਸੈੱਲ ਝਿੱਲੀ ਜਿਹੜੀ ਹੁੰਦੀ ਹੈ ਇੱਕ ਪ੍ਰੋਟੈਕਟਰ ਦਾ ਕੰਮ ਕਰਕੇ ਚੱਲਦੀ ਹੈ ਕਿ ਮੈਂ ਕਿਹੜੀ ਚੀਜ਼ ਉਹਨੇ ਸੈੱਲ ਦੇ ਅੰਦਰ ਪਹੁੰਚਾਉਣੀ ਹੈ ਅਤੇ ਕਿਹੜੀ ਚੀਜ਼ ਉਹਨੇ ਸੈੱਲ ਦੇ ਬਾਹਰ ਪਹੁੰਚਾਉਣੀ ਹੈ। ਉਹ ਸੈੱਲ ਝਿੱਲੀ ਦਾ, ਪਲਾਜ਼ਮਾ ਝਿੱਲੀ ਦਾ ਕੰਮ ਹੁੰਦਾ ਹੈ, ਠੀਕ ਹੈ। ਉਹ ਪਲਾਜ਼ਮਾ ਝਿੱਲੀ ਦਾ ਕੰਮ ਹੁੰਦਾ ਹੈ ਕਿਹੜੀ ਚੀਜ਼ ਅੰਦਰ ਪਹੁੰਚਾਉਣੀ ਹੈ ਅਤੇ ਕਿਹੜੀ ਚੀਜ਼ ਬਾਹਰ ਪਹੁੰਚਾਉਣੀ ਹੈ। ਦੂਜਾ ਕੰਮ ਇਹਦਾ ਇਹ ਹੁੰਦਾ ਹੈ ਕਿ ਇਸਨੇ ਬਾਹਰ ਦੇ ਵਾਤਾਵਰਨ ਨੂੰ, ਜਿਹੜਾ ਬਾਹਰ ਵਾਤਾਵਰਨ ਹੈ ਉਸ ਨੂੰ ਅੰਦਰ ਵਾਲੇ ਵਾਤਾਵਰਨ ਤੋਂ ਅਲੱਗ ਰੱਖਣਾ ਹੁੰਦਾ ਹੈ, ਠੀਕ ਹੈ। ਕਿਉਂਕਿ ਬਾਹਰ ਬਹੁਤ ਸਾਰੀ ਚੀਜ਼ਾਂ ਹੋ ਸਕਦੀਆਂ ਹਨ ਜਿਹੜੀਆਂ ਸੈੱਲ ਨੂੰ ਨਹੀਂ ਚਾਹੀਦੀਆਂ, ਤਾਂ ਉਸ ਨੂੰ ਅੱਡ ਕਰਨ ਦਾ ਕੰਮ ਵੀ ਕਿਹਨੇ ਕਰਨਾ ਹੈ? ਪਲਾਜ਼ਮਾ ਝਿੱਲੀ ਨੇ, ਠੀਕ ਹੈ। ਹੁਣ ਆਪਾਂ ਇਹਦੇ ਫੰਕਸ਼ਨ ਜਿਹੜੇ ਹੈ ਪੜ੍ਹਦੇ ਹਾਂ ਧਿਆਨ ਨਾਲ ਕਿ ਐਕਚੁਅਲੀ ਸੈੱਲ ਝਿੱਲੀ, ਪਲਾਜ਼ਮਾ ਝਿੱਲੀ ਦਾ ਕੀ ਕੰਮ ਹੈ। ਤੁਹਾਡੇ ਇੱਥੋਂ ਕਿਤਾਬ 'ਚ ਵੀ ਪੜ੍ਹਾਂਗੇ ਆਪਾਂ। ਆਹ ਦੇਖੋ ਜੀ, ਪਹਿਲਾ ਇਹਦਾ ਕੰਮ ਲਿਖਦਾ ਹੈ, ਇਹ ਸੈੱਲ ਸਭ ਤੋਂ ਬਾਹਰੀ ਪਰਤ ਹੈ ਜੋ ਸੈੱਲ ਦੇ ਘਟਕਾਂ ਨੂੰ ਬਾਹਰੀ ਵਾਤਾਵਰਨ ਤੋਂ ਵੱਖ ਕਰਦੀ ਹੈ। ਪਲਾਜ਼ਮਾ ਝਿੱਲੀ ਕੁਝ ਪਦਾਰਥਾਂ ਨੂੰ ਅੰਦਰ ਜਾਂ ਬਾਹਰ ਆਉਣ ਜਾਣ ਦਿੰਦੀ ਹੈ। ਇਹ ਦੂਜੇ ਕੁਝ ਪਦਾਰਥਾਂ ਦੀ ਗਤੀ ਨੂੰ ਵੀ ਰੋਕਦੀ ਹੈ। ਇਹ ਪਹਿਲਾ ਪਲਾਜ਼ਮਾ ਝਿੱਲੀ ਦਾ ਕੰਮ ਹੋ ਗਿਆ, ਠੀਕ ਹੈ। ਦੂਜਾ ਕੰਮ ਕੁਝ ਗੈਸਾਂ ਨੂੰ, ਜਿਵੇਂ ਗੈਸਾਂ ਆਪਣੇ ਅੰਦਰ ਕਾਰਬਨ ਆਕਸੀਜਨ ਦਾ ਅੰਦਰ ਆਉਣਾ, ਕਾਰਬਨ ਡਾਈਆਕਸਾਈਡ ਦਾ ਬਾਹਰ ਜਾਣਾ, ਇਹ ਕਿਸ ਤਰ੍ਹਾਂ ਹੁੰਦਾ ਹੈ? ਕਹਿੰਦੇ ਕੁਝ ਪਦਾਰਥ ਜਿਵੇਂ ਕਾਰਬਨ ਡਾਈਆਕਸਾਈਡ ਜਾਂ ਫਿਰ ਆਕਸੀਜਨ ਸੈੱਲ ਝਿੱਲੀ ਦੇ ਆਰ ਪਾਰ ਪ੍ਰਸਰਣ ਕਿਰਿਆ, ਇਹ ਬਹੁਤ ਇੰਪੋਰਟੈਂਟ ਹੈ, ਇਹਨੂੰ ਧਿਆਨ ਨਾਲ ਇੱਕ ਮਿੰਟ। ਹਾਂਜੀ, ਆਕਸੀਜਨ ਜਿਹੜਾ ਆਰ ਪਾਰ ਹੁੰਦੀ ਹੈ ਉਹ ਪ੍ਰਸਰਣ ਕਿਰਿਆ ਦੁਆਰਾ ਹੁੰਦੀ ਹੈ। ਪ੍ਰਸਰਣ ਜਿਹੜਾ ਹੈ ਬੱਚੇ ਜੀ, ਇਹ ਬਹੁਤ ਇੰਪੋਰਟੈਂਟ ਵਰਡ ਹੈ, ਪ੍ਰਸਰਣ, ਠੀਕ ਹੈ, ਜਿਹਨੂੰ ਅਸੀਂ ਡਿਫਿਊਜ਼ਨ ਵੀ ਕਹਿੰਦੇ ਹਾਂ ਜਾਂ ਇਹਨੂੰ ਵਿਸਰਨ ਵੀ ਕਹਿੰਦੇ ਹਾਂ। ਕਿਤੇ ਕਿਤੇ ਅਸੀਂ ਵਿਸਰਨ ਵੀ ਪੜ੍ਹਾਂਗੇ ਇਹਨੂੰ, ਠੀਕ ਹੈ। ਹੁਣ ਵਿਸਰਨ ਔਰ ਡਿਫਿਊਜ਼ਨ ਹੁੰਦਾ ਕੀ ਹੈ? ਡਿਫਿਊਜ਼ਨ ਦੀ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਡਿਫਿਊਜ਼ਨ ਕੀ ਹੁੰਦਾ ਹੈ। ਪ੍ਰਸਰਣ ਦੇ ਬਾਰੇ ਅਸੀਂ ਪੜ੍ਹਾਂਗੇ। ਬੱਚੇ ਜਿਹੜਾ ਪ੍ਰਸਰਣ ਹੁੰਦਾ ਹੈ ਉਹਦਾ ਕੰਮ ਕੀ ਹੁੰਦਾ ਹੈ? ਉਹ ਜਿਵੇਂ ਇੱਕ ਥਾਂ 'ਤੇ ਕਿਸੇ ਚੀਜ਼ ਦੀ ਘਣਤਾ ਜ਼ਿਆਦਾ ਹੈ, ਉਸ ਨੂੰ ਉਹ ਜਿਸ ਜਗ੍ਹਾ 'ਤੇ ਘਣਤਾ ਘੱਟ ਹੁੰਦੀ ਹੈ ਉਸ ਵੱਲ ਭੇਜ ਦਿੰਦਾ ਹੈ, ਉਸ ਨੂੰ ਅਸੀਂ ਪ੍ਰਸਰਣ ਕਹਿੰਦੇ ਹਾਂ। ਪ੍ਰਸਰਣ ਕੀ ਹੈ? ਕਣਾਂ ਨੂੰ ਜ਼ਿਆਦਾ ਘਣਤਾ, ਠੀਕ ਹੈ, ਘਣਤਾ ਮਤਲਬ ਜ਼ਿਆਦਾ ਮਾਤਰਾ, ਜਿੱਥੇ ਜ਼ਿਆਦਾ ਮਾਤਰਾ ਹੈ ਉਸ ਨੂੰ ਥੋੜ੍ਹੀ ਮਾਤਰਾ ਵੱਲ ਜਦੋਂ ਆਪਣੇ ਆਪ ਚੱਲਦਾ ਹੈ ਉਸ ਨੂੰ ਕਹਿੰਦੇ ਹਾਂ ਵਿਸਰਨ। ਵਿਸਰਨ ਜਿਵੇਂ ਤੁਸੀਂ ਪਹਿਲੇ ਚੈਪਟਰ 'ਚ ਪੜ੍ਹਿਆ ਹੋਣਾ ਕਿ ਉਦਾਹਰਣ ਪੜ੍ਹੀ ਹੋਣੀ ਆ ਕਿ ਅਗਰ ਪਰਫਿਊਮ ਦੀ ਬੋਟਲ ਅਗਰ ਅਸੀਂ ਕਮਰੇ ਦੀ ਕੋਰਨਰ 'ਤੇ ਰੱਖ ਦਿੰਦੇ ਹਾਂ ਖੋਲ੍ਹ ਕੇ, ਤਾਂ ਉਹ ਪਰਫਿਊਮ ਦੀ ਬੋਟਲ 'ਚੋਂ ਜਿਹੜੀ ਖੁਸ਼ਬੂ ਹੈ ਸਾਰੇ ਕਮਰੇ 'ਚ ਫੈਲ ਜਾਂਦੀ। ਇਹ ਕੀ ਹੈ? ਵਿਸਰਨ। ਪਰਫਿਊਮ ਦੇ ਵਿੱਚ ਖੁਸ਼ਬੂ ਜ਼ਿਆਦਾ ਹੈ, ਕਮਰੇ 'ਚ ਘੱਟ ਹੈ। ਹੁਣ ਜ਼ਿਆਦਾ ਵਾਲੀ, ਜਿੱਥੇ ਜ਼ਿਆਦਾ ਮਾਤਰਾ ਹੈ ਉੱਥੋਂ ਘੱਟ ਮਾਤਰਾ ਵੱਲ ਜਿਹੜਾ ਕੀ ਹੈ ਪਰਫਿਊਮ ਦੇ ਕਣ ਹੈ ਉਹ ਸਾਡੇ ਸਾਰੇ ਕਮਰੇ ਦੇ ਵਿੱਚ ਫੈਲ ਜਾਂਦੇ ਹਨ, ਠੀਕ ਹੈ। ਇਹ ਸਾਡਾ ਵਿਸਰਨ ਹੁੰਦਾ ਹੈ। ਉਵੇਂ ਹੀ ਜਿਹੜਾ ਕਾਰਬਨ ਡਾਈਆਕਸਾਈਡ ਗੈਸ ਹੈ ਅਤੇ ਆਕਸੀਜਨ ਗੈਸ ਹੈ ਉਹ ਵੀ ਸੈੱਲ ਦੇ ਵਿੱਚ ਕੀ ਕਰਦੀ ਹੈ? ਵਿਸਰਨ ਕਿਰਿਆ ਕਰਦੀ ਹੈ। ਜਿਵੇਂ ਕਿ ਸੈੱਲ, ਮੰਨ ਲਓ ਕਿ ਆਹ ਸਾਡਾ ਸੈੱਲ ਹੈ, ਠੀਕ ਹੈ, ਇਹ ਸਾਡਾ
ਸੈੱਲ ਹੈ। ਹੁਣ ਕਿਉਂਕਿ ਸੈੱਲ ਨੇ ਕੰਮ ਕੀਤਾ ਹੈ, ਸੈੱਲ ਨੇ ਕੰਮ ਕਰਨ ਕਰਕੇ ਉਹਦੇ ਜਿਹੜੇ ਅੰਦਰ ਕਾਰਬਨ ਡਾਈਆਕਸਾਈਡ ਦੀ ਮਾਤਰਾ ਜਿਹੜੀ ਹੁੰਦੀ ਹੈ ਉਹ ਕੀ ਕਰਦੀ ਹੈ, ਵੱਧ ਜਾਂਦੀ ਹੈ। ਕਾਰਬਨ ਡਾਈਆਕਸਾਈਡ ਦੀ ਮਾਤਰਾ ਕੀ ਹੋ ਗਈ, ਵੱਧ ਗਈ। ਬਟ ਸਾਡੇ ਸਰੀਰ ਨੇ, ਸਾਡਾ ਜਿਹੜੀ ਬੋਡੀ ਆ ਉਹ ਕੰਟੀਨਿਊਸਲੀ ਰੈਸਪੀਰੇਸ਼ਨ ਕਰਦੀ ਰਹਿੰਦੀ ਹੈ, ਮਤਲਬ ਕੰਟੀਨਿਊਸਲੀ ਸਾਹ ਲੈਂਦੀ ਰਹਿੰਦੀ ਹੈ, ਸਾਹ ਕਿਰਿਆ ਕਰਦੀ ਰਹਿੰਦੀ ਹੈ, ਜਿਹਦੇ ਕਰਕੇ ਇਹਦੇ ਬਾਹਰ ਕੀ ਹੈ, ਆਕਸੀਜਨ ਦੀ ਮਾਤਰਾ ਕੀ ਹੈ, ਜ਼ਿਆਦਾ ਹੈ। ਹੁਣ ਮਤਲਬ ਕੀ ਹੈ, ਆਕਸੀਜਨ ਦੀ ਮਾਤਰਾ ਬਾਹਰ ਜ਼ਿਆਦਾ ਹੈ, ਕਾਰਬਨ ਡਾਈਆਕਸਾਈਡ ਦੀ ਮਾਤਰਾ ਬਾਹਰ ਘੱਟ ਹੈ। ਇਸ ਤੋਂ ਉਲਟ ਸੈੱਲ ਦੇ ਅੰਦਰ ਕਾਰਬਨ ਡਾਈਆਕਸਾਈਡ ਦੀ ਮਾਤਰਾ ਜ਼ਿਆਦਾ ਹੈ ਅਤੇ ਆਕਸੀਜਨ ਦੀ ਮਾਤਰਾ ਕੀ ਹੈ, ਘੱਟ ਹੈ। ਹੁਣ ਕੀ ਹੋਏਗਾ, ਵਿਸਰਨ ਕਿਰਿਆ ਅਗਰ ਅਸੀਂ ਸੋਚੀਏ, ਜਿਹੜੀ ਮਾਤਰਾ ਜ਼ਿਆਦਾ ਹੈ ਉਹ ਅੰਦਰ ਜਾਏਗੀ, ਜਿਹੜੀ ਮਾਤਰਾ ਘੱਟ ਹੈ ਜਾਂ ਜਿਹੜੀ ਮਾਤਰਾ ਅੰਦਰ ਜ਼ਿਆਦਾ ਹੈ ਬਾਹਰ ਘੱਟ ਹੈ ਉਹ ਬਾਹਰ ਆਏਗੀ। ਇਟ ਮੀਨਸ ਕਿ ਆਕਸੀਜਨ ਦੀ ਮਾਤਰਾ ਸੈੱਲ ਦੇ ਅੰਦਰ ਘੱਟ ਹੈ ਪੁੱਤਰ ਜੀ, ਉਹ ਅੰਦਰ ਜਾਏਗੀ। ਕਾਰਬਨ ਡਾਈਆਕਸਾਈਡ ਦੀ ਮਾਤਰਾ ਅੰਦਰ ਜ਼ਿਆਦਾ ਹੈ, ਸੈੱਲ ਦੇ ਬਾਹਰ ਘੱਟ ਹੈ, ਤਾਂ ਉਹ ਬਾਹਰ ਜਾਏਗੀ। ਇਹ ਕਿਰਿਆ ਵੀ ਜਿਹੜੀ ਹੁੰਦੀ ਹੈ ਇਹ ਕਿਹਦੀ ਪ੍ਰੈਜ਼ੈਂਸ ਦੇ ਵਿੱਚ ਹੁੰਦੀ ਹੈ, ਪਲਾਜ਼ਮਾ ਝਿੱਲੀ ਦੀ ਪ੍ਰੈਜ਼ੈਂਸ 'ਚ। ਮਤਲਬ ਤੁਸੀਂ ਕਹਿ ਸਕਦੇ ਹੋ ਕਿ ਪਲਾਜ਼ਮਾ ਝਿੱਲੀ ਅਨੁਮਤੀ ਦਿੰਦੀ ਹੈ ਗੈਸਾਂ ਨੂੰ ਵੀ ਉਹਨਾਂ ਦੇ ਅੰਦਰ ਜਾਣਾ ਹੈ ਜਾਂ ਬਾਹਰ ਜਾਣਾ, ਬਟ ਇਹ ਵਿਸਰਨ ਕਿਰਿਆ ਦੁਆਰਾ ਹੋ ਜਾਂਦਾ ਹੈ। ਐਵੇਂ ਹੀ ਬੱਚੇ ਦੂਜਾ ਜਿਹੜਾ ਇਹ ਸਾਰਾ ਉਦਾਹਰਨ ਜਿਹੜਾ ਤੁਹਾਨੂੰ ਦਿਖ ਰਿਹਾ ਹੈ ਇਹ ਪੈਰਾਗ੍ਰਾਫ ਦੇ ਵਿੱਚ, ਇਹ ਸਾਰਾ ਜਿਹੜਾ ਮੈਂ ਤੁਹਾਨੂੰ ਹੁਣੇ ਸਮਝਾਇਆ ਹੈ ਉਸ ਦੇ ਬਾਰੇ ਦਿੱਤਾ ਹੋਇਆ। ਹੁਣ ਦੂਜਾ ਪਾਰਟ ਹੈ ਪਾਣੀ ਦਾ, ਕਿ ਪਾਣੀ ਕਿਸ ਤਰ੍ਹਾਂ ਪ੍ਰਸਰਣ ਕਰਦਾ ਹੈ। ਹੁੰਦਾ ਇਹ ਵੀ ਐਵੇਂ ਹੀ ਹੈ, ਬਟ ਓਸਮੋਸਿਸ ਆ ਜਿਹੜੀ ਬਾਰ-ਬਾਰ ਇੱਕ ਵਰਡ ਲਿਖ ਰਿਹਾ ਓਸਮੋਸਿਸ, ਬੱਚੇ ਇੰਗਲਿਸ਼ 'ਚ ਇੱਕ ਹੁੰਦਾ ਹੈ ਓਸਮੋਸਿਸ, ਠੀਕ ਹੈ, ਦੂਜਾ ਹੁੰਦਾ ਹੈ ਡਿਫਿਊਜ਼ਨ। ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਪ੍ਰਸਰਣ, ਜਿਹੜਾ ਪਹਿਲਾਂ ਦੱਸਿਆ ਉਹ ਹੈ ਡਿਫਿਊਜ਼ਨ ਦਾ। ਓਸਮੋਸਿਸ ਦਾ ਸੇਮ ਹੀ ਹੁੰਦਾ ਹੈ, ਬਟ ਫਰਕ ਇੰਨਾ ਹੁੰਦਾ ਹੈ ਕਿ ਓਸਮੋਸਿਸ ਦੇ ਵਿੱਚ ਇੱਕ ਝਿੱਲੀ ਹੋਣਾ ਬਹੁਤ ਜ਼ਰੂਰੀ ਹੈ। ਜਿਵੇਂ ਤੁਸੀਂ ਰਾਤੀ ਐਲਮੰਡਸ ਕਦੀ ਭਿਓਏ ਹੋਣੇ ਆ, ਬਦਾਮ ਭਿਓ ਕੇ ਰੱਖੇ ਹੋਣੇ ਆ, ਠੀਕ ਹੈ, ਬਦਾਮਾਂ ਨੂੰ ਤੁਸੀਂ ਪਾਣੀ 'ਚ ਭਿਓ ਕੇ ਰੱਖਦੇ ਹੋ ਰਾਤੀ, ਉਹ ਸਵੇਰ ਹੋਣ ਤੱਕ ਉਹ ਕਾਫੀ ਵੱਡੇ ਹੋ ਜਾਂਦੇ ਹੈ ਨਾ, ਪਾਣੀ ਉਹਨਾਂ ਦੇ ਅੰਦਰ ਜਾ ਚੁੱਕਿਆ ਹੁੰਦਾ ਹੈ। ਹੁਣ ਬਦਾਮਾਂ ਦੇ ਅੰਦਰ ਜਿਹੜਾ ਪਾਣੀ ਗਿਆ ਹੈ ਉਹ ਕਿਹਦੇ ਥਰੂ ਹੋ ਕੇ ਗਿਆ ਹੈ, ਜਿਹੜੇ ਬਦਾਮਾਂ ਦੇ ਬਾਹਰ ਇੱਕ ਬਰਾਊਨ ਕਲਰ ਦੀ ਝਿੱਲੀ ਹੁੰਦੀ ਹੈ ਉਸ ਦੁਆਰਾ ਪਾਣੀ ਉਸਦੇ ਅੰਦਰ ਗਿਆ ਹੈ। ਤਾਂ ਦੇਖਿਆ ਪਾਣੀ ਹੀ ਅੰਦਰ ਗਿਆ ਹੈ, ਹੋਰ ਕੁਛ ਉਹਦੇ ਅੰਦਰ ਨਹੀਂ ਜਾ ਸਕਦਾ। ਇਹ ਜਿਹੜੀ ਕਿਰਿਆ ਹੈ ਇਸ ਨੂੰ ਪ੍ਰਸਰਣ ਕਿਰਿਆ ਕਹਿੰਦੇ ਹੈ, ਠੀਕ ਹੈ, ਜਿਹਦੇ ਵਿੱਚ ਸਿਰਫ ਪਾਣੀ ਦੇ ਕਣਾਂ ਦੀ ਹੀ ਗਤੀ ਹੋਏ, ਉਹ ਔਰ ਕਿਸੇ ਝਿੱਲੀ ਦੀ ਪ੍ਰੈਜ਼ੈਂਸ ਦੇ ਵਿੱਚ ਹੋਏ, ਪ੍ਰੈਜ਼ੈਂਸ ਮਤਲਬ ਉਹਦੀ ਉਪਸਥਿਤੀ ਦੇ ਵਿੱਚ ਹੋਏ, ਉਸ ਨੂੰ ਅਸੀਂ ਕੀ ਕਹਿੰਦੇ ਹਾਂ, ਓਸਮੋਸਿਸ ਔਰ ਪ੍ਰਸਰਣ ਕਿਰਿਆ, ਜੋ ਕਿ ਸਾਡੇ ਇਹਦੇ ਵਿੱਚ ਹੁੰਦੀ ਹੈ ਜਦੋਂ ਪਾਣੀ ਨੇ ਸਾਡੇ ਸੈੱਲ ਦੇ ਅੰਦਰ ਵਿੱਚ ਜਾਣਾ ਹੁੰਦਾ ਹੈ। ਹੁਣ ਆਹ ਦੇਖੋ, ਪਾਣੀ ਵੀ ਪ੍ਰਸਰਣ ਕਿਰਿਆ ਦੇ ਨਿਯਮ ਅਨੁਸਾਰ ਵਿਵਹਾਰ ਕਰਦਾ ਹੈ। ਪਾਣੀ ਦੇ ਅਣੂਆਂ ਦੀ ਗਤੀ ਜਦੋਂ ਝਿੱਲੀ ਵਿੱਚੋਂ ਹੁੰਦੀ ਹੈ ਤਾਂ ਇਸ ਨੂੰ ਪ੍ਰਸਰਣ ਕਿਹਾ ਜਾਂਦਾ ਹੈ। ਪਲਾਜ਼ਮਾ ਝਿੱਲੀ ਵਿੱਚ ਪਾਣੀ ਦੇ ਅਣੂਆਂ ਦੀ ਗਤੀ ਪਾਣੀ ਵਿੱਚ ਘੁਲੇ ਹੋਏ ਪਦਾਰਥਾਂ ਦੀ ਮਾਤਰਾ ਨਾਲ ਵੀ ਪ੍ਰਭਾਵਿਤ ਹੁੰਦੀ ਹੈ। ਕਿਵੇਂ ਪ੍ਰਭਾਵਿਤ ਹੁੰਦੀ ਹਨ? ਹੁਣ ਆਹ ਜਿਹੜੇ ਤੁਹਾਨੂੰ 3 ਪੁਆਇੰਟ ਦਿਖ ਰਹੇ ਹੈ, ਇਹ 3 ਪੁਆਇੰਟ ਉਸ ਦੇ ਬੇਸ 'ਤੇ ਹੈ ਕਿ ਕਿਸ ਤਰ੍ਹਾਂ ਇਹ ਡਿਪੈਂਡ ਕਰਦੀ ਹੈ, ਕਿਸ ਤਰ੍ਹਾਂ ਇਹ ਪ੍ਰਭਾਵਿਤ ਕਰਦੀ ਹੈ। ਜਿਵੇਂ ਦੇਖੋ ਬੱਚੇ, ਤੁਸੀਂ ਸੋਗੀ ਲਓ, ਠੀਕ ਹੈ, ਸੋਗੀ ਲਓ, ਸੋਗੀ ਨੂੰ ਰਾਤ ਭਰ, ਤੁਸੀਂ ਸਕੂਲ ਵੀ ਇਹ ਕੀਤਾ ਹੋਣਾ, ਤੁਸੀਂ ਸੋਗੀ ਨੂੰ ਰਾਤ ਭਰ ਪਾਣੀ ਦੇ ਵਿੱਚ ਭਿਗੋ ਕੇ ਰੱਖੋ। ਆਹ ਸਾਡਾ ਪਾਣੀ ਹੈ, ਠੀਕ ਹੈ, ਔਰ ਅਸੀਂ ਇੱਥੇ ਆਹ ਸੋਗੀ ਬਣਾ ਦਿੰਦੇ ਹਾਂ। ਰਾਤ ਭਰ ਪਾਣੀ ਦੇ ਵਿੱਚ ਭਿਓ ਕੇ ਰੱਖੋ, ਇਕੱਲਾ ਪਾਣੀ ਹੈ ਸਾਡੇ ਕੋਲ, ਠੀਕ ਹੈ, ਤਾਂ ਤੁਸੀਂ ਸਵੇਰੇ ਉੱਠ ਕੇ ਅਗਰ ਦੇਖੋਗੇ ਤਾਂ ਸੋਗੀ ਜਿਹੜੀ ਹੈ ਬਹੁਤ ਜ਼ਿਆਦਾ ਸਵੈਲ ਹੋ ਚੁੱਕੀ ਹੁੰਦੀ ਹੈ। ਸਵੈਲ ਮਤਲਬ ਮੋਟੀ ਹੋ ਗਈ ਹੁੰਦੀ ਹੈ, ਕਿਉਂਕਿ ਉਹਦੇ ਵਿੱਚ ਕੀ ਹੈ, ਪਾਣੀ ਚਲਾ ਗਿਆ ਹੈ।
बाहर पानी ज़्यादा सी, ठीक है। सोगी की है, एक साडा कह सकते हैं ड्राई फ्रूट है, ठीक है। सोगी की है, ड्राई फ्रूट है। ड्राई फ्रूट ਨੂੰ ड्राई फ्रूट क्यों कहते हैं? क्योंकि ਉਹਦੇ ਵਿੱਚ पानी की मात्रा ना ਦੇ बराबर ਹੁੰਦੀ है, ठीक है। ਤਾਂ ਹੁਣ मैं ਤੁਹਾਨੂੰ ਕੀ ਦੱਸਿਆ ਸੀ, ਜਿੱਥੇ ਜਿਹੜੀ ਮਾਤਰਾ ਜ਼ਿਆਦਾ ਹੁੰਦੀ ਹੈ ਉੱਥੋਂ ਉਹ ਅੰਦਰ ਵੱਲ ਆਉਂਦੀ ਹੈ। ਹੁਣ ਪਾਣੀ ਦੀ ਮਾਤਰਾ ਬਾਹਰ ਜ਼ਿਆਦਾ ਹੈ, ठीक है। बाहर पानी की मात्रा ज़्यादा सी, इस करके पानी किधर गया? सोगी के अंदर गया, तो जिसने सोगी नूं की करता? फुलाता। हुण इस तरह का जदों साडे कोल बाहर कल्ला पानी हुंदा है, इस तरह के सल्यूशन नूं या घोल नूं असीं कहने हाँ घट घनता वाला घोल। की कहांगे? घट घनता वाला घोल। और घट घनता वाले घोल दे विच जदों असी कोई ड्राई चीज़ पावांगे, चाहे असी बदाम पा दईए, चाहे असी सोगी पा दईए, जिवें तुसी छोले भी भिगो के रख दिंदे आ तुहाडे मम्मा, फिर राजमा भिगो के रख दिंदे आ, वो की करदे आ, वो सारा पानी रात दे विच वो सारा पानी अपने अंदर लै लेंदे, सोख लेंदे है, ठीक है। क्योंकि बाहर केड़ा किवें दा सल्यूशन है, किवें दा घोल है? बाहर साडे कोल घट घनता वाला घोल हुंदा है। जदों पानी ज़्यादा होवे, साडे कोल सल्यूट ना होवे, मतलब जिहड़ा साडा घोलक है वो ना होवे, जिवें खंड नमक, तां इसनूं असीं की कहने आ घट घनता वाला घोल। और इस तरह दे घोल दे विच जिहड़ा साडा सैल हुंदा है वो मोस्टली की करता है? वो फुल्लन लग जाता है, ठीक है। वो सैल की करता है? फुल्लन लग जाता है, ठीक है। ये तुहाडा घट मात्रा घट घनता वाला घोल। हुण देखो जिहड़ी सोगी तुसीं राती भिगोई सीगी, ठीक है, हुण उसनूं की है, उस सोगी नूं तुसीं की करो, पानी लो, ठीक है। उस पानी दे विच 4-5 चम्मच नमक पा दो, नमक घोल दो, ठीक है। और उसनूं की करो, 4-5 चम्मच जदों नमक पाता, हुण जिहड़ी फुल्ली हुई सोगी है तुहाडी ਉਹਨੂੰ उस पानी दे विच रख दो, ठीक है। हुण उस पानी च रख दोगे। हुण तुसीं देखो, तुसीं और इहदे विच 4-5 चम्मच नमक पाता, मतलब नमक दा जिहड़ा मात्रा है वो बाहर वध गई, बट सोगी दे अंदर पानी की मात्रा ज़्यादा है। तां की होएगा, जिहड़ी सोगी दा पानी है वो की करेगा? बाहर वल नूं प्रसरण क्रिया दिखांदा होया बाहर वल नूं जान लग जाएगा। और तुसीं देखोगे थोड़ी घंटिਆਂ ਦੇ ਵਿੱਚ ही सोगी ਦਾ ਜਿਹੜਾ साइज़ है वो की हो जाएगा? छोटा हो जाएगा। क्यों? क्योंकि सोगी फुल्ली किस करके सी? पानी अंदर जान करके। हुण क्योंकि बाहर असीं नमक वाला पानी रखता, मतलब वध घनता वाला घोल रखता, गाढ़ा घोल रखता। हुण वो गाढ़े घोल रखण करके बाहर पानी घट गया तो सोगी के अंदर पानी ज़्यादा हो गया। इस करके जिहड़ा सोगी दा पानी सी वो किधर चला गया? बाहर वल चला गया, ठीक है। तो जिस नाल जिहड़ी सोगी सी साडी वो की हो गई? सुंगड़ गई। इवन सोगी की साडे जिहड़े सैल भी हुंदे है वो भी सुंगड़ना शुरू हो जाते हैं। जिवें तुसीं देखिया होएगा कि जिहड़ा गडोया हुंदा है, गडोए दे उत्ते जदों तुसीं नमक पा दिंदे हो, ਜਾਂ ਕਈ ਵਾਰੀ ਤੁਸੀਂ ਦੇਖਦੇ ਕਈ ਲੋਕੀ ਸ਼ਰਾਰਤ ਵਜੋਂ ਉਹਨਾਂ 'ਤੇ ਨਮਕ ਪਾ ਦਿੰਦੇ ਆ। ਨਮਕ ਪਾਉਣ ਨਾਲ ਕੀ ਹੁੰਦਾ ਪੁੱਤਰ ਜੀ? ਬਾਹਰ ਪਾਣੀ ਉਹਨਾਂ ਨੂੰ ਨਹੀਂ ਮਿਲ ਰਿਹਾ, ਠੀਕ ਹੈ। ਬਾਹਰ ਅਤੇ ਉਹਨਾਂ ਦੀ ਡੀਹਾਈਡਰੇਸ਼ਨ ਹੁੰਦੀ ਹੈ, ਮਤਲਬ ਕਿ ਉਹਨਾਂ ਦੇ ਸੈੱਲ ਜਿਹੜੇ ਹੁੰਦੇ ਹਨ ਪਾਣੀ ਬਾਹਰ ਵੱਲ ਸੱਟਣਾ ਸ਼ੁਰੂ ਕਰ ਦਿੰਦੇ ਹਨ, ਜਿਹਦੇ ਨਾਲ ਗਡੋਏ ਦੀ ਕੀ ਹੋ ਜਾਂਦੀ ਹੈ? ਡੈਥ ਹੋ ਜਾਂਦੀ ਹੈ, ਠੀਕ ਹੈ। ਤੀਜਾ ਸਲਿਊਸ਼ਨ ਹੁੰਦਾ ਹੈ ਸੰਪਰਸਰੀ ਘੋਲ। ਸੰਪਰਸਰੀ ਘੋਲ। ਹੁਣ ਜਿਹੜਾ ਸੰਪਰਸਰੀ ਘੋਲ ਕੀ ਹੁੰਦਾ ਹੈ, ਉਸ ਦੇ ਵਿੱਚ ਕੀ ਹੁੰਦਾ ਹੈ? ਸੈੱਲ ਦੇ ਵਿਚਲੇ ਦਰਵ ਦੀ ਜਿੰਨੀ ਸੰਘਣਤਾ ਹੁੰਦੀ ਹੈ ਅਤੇ ਸੈੱਲ ਦੇ ਬਾਹਰ ਜਿੰਨੀ ਸੰਘਣਤਾ ਹੁੰਦੀ ਹੈ, ਦੋਵੇਂ ਕੀ ਹੁੰਦੇ ਹਨ? ਬਰਾਬਰ ਹੁੰਦੇ ਹਨ। ਨਾ ਘੱਟ ਹੁੰਦੀ ਹੈ ਨਾ ਜ਼ਿਆਦਾ ਹੁੰਦੀ ਹੈ। ਮਤਲਬ ਅਗਰ ਸੋਗੀ ਨੂੰ ਤੁਸੀਂ ਅੱਧੇ ਚਮਚ ਨਮਕ ਦੇ ਵਿੱਚ ਘੋਲ ਕੇ ਗਲਾਸ ਪਾਣੀ ਲਓ, ਉਹਦੇ 'ਚ ਅੱਧਾ ਚਮਚ ਨਮਕ ਪਾਓ, ਸੋਗੀ ਫੁੱਲੀ ਹੋਈ ਨੂੰ ਪਾ ਦਿਓ, ਤਾਂ ਉਹਨੂੰ ਕੁਛ ਹਾਰਮ ਨਹੀਂ ਹੋਏਗਾ। ਕਿਉਂਕਿ ਜਿੰਨੀ ਘਣਤਾ ਸੰਘਣਤਾ ਉਹਦੇ ਸਲਿਊਸ਼ਨ ਦੇ ਅੰਦਰ ਹੈ, ਓਨੀ ਹੀ ਸੰਘਣਤਾ ਉਹਦੇ ਸਲਿਊਸ਼ਨ ਦੇ
ਬਾਹਰ ਹੈ। ਇਸ ਕਰਕੇ ਮਤਲਬ ਜਦੋਂ ਕਦੀ ਵੀ ਬੱਚੇ ਕੋਈ ਵੀ ਗਤੀ ਹੁੰਦੀ ਹੈ ਤਾਂ ਉਹਦੇ ਵਿੱਚ ਦੋ ਚੀਜ਼ਾਂ ਇਨਵੋਲਵ ਹੁੰਦੀਆਂ ਹਨ। ਜਦੋਂ ਵੀ ਕਿਸੇ ਵੀ ਚੀਜ਼ ਦੀ ਗਤੀ ਹੋਏਗੀ ਉਹਦੇ ਵਿੱਚ ਦੋ ਚੀਜ਼ਾਂ, ਚਾਹੇ ਉਹ ਐਨਰਜੀ ਦੀ ਹੈ, ਚਾਹੇ ਉਹ ਪਾਣੀ ਦੀ ਹੈ, ਚਾਹੇ ਉਹ ਕਿਸੇ ਮੋਲੀਕਿਊਲ ਦੀ ਹੈ, ਉਹ ਮੋਸਟਲੀ ਗਤੀ ਜਿਹੜੀ ਹੁੰਦੀ ਹੈ ਉਹ ਵੱਧ ਘਣਤਾ ਵੱਲੋਂ ਘੱਟ ਘਣਤਾ ਵੱਲ ਜਾਂਦੀ ਹੈ। ਠੀਕ ਹੈ, ਜਿਵੇਂ ਹੁਣ ਮੈਂ ਤੁਹਾਨੂੰ ਪੜ੍ਹਾ ਰਹੀ ਹਾਂ, ਹੁਣ ਤੁਸੀਂ ਮੈਨੂੰ ਇਸ ਕਰਕੇ ਸੁਣ ਰਹੇ ਹੋ ਕਿਉਂਕਿ ਮੇਰੇ ਕੋਲ ਨੌਲੇਜ ਜ਼ਿਆਦਾ, ਤੁਹਾਡੇ ਕੋਲ ਉਹ ਨੌਲੇਜ ਨਹੀਂ ਹੈ। ਠੀਕ ਹੈ, ਮਤਲਬ ਜ਼ਿਆਦਾ ਨੌਲੇਜ ਵੱਲੋਂ ਘੱਟ ਨੌਲੇਜ ਵੱਲ ਮੂਵਮੈਂਟ ਹੋ ਰਹੀ ਹੈ। ਠੀਕ ਹੈ, ਤਾਂ ਇਹ ਵੀ ਕੀ ਹੈ, ਗਤੀ ਹੈ। ਠੀਕ ਹੈ, ਇਸ ਤਰ੍ਹਾਂ ਹੀ ਅਸੀਂ ਵੱਖ ਵੱਖ ਐਨਰਜੀਆਂ ਦੀ ਵੀ ਦੇਖਾਂਗੇ ਕਿ ਕਿਸੇ ਵੀ ਚੀਜ਼ ਦੀ ਗਤੀ ਉਦੋਂ ਹੀ ਹੋਏਗੀ ਜਦੋਂ ਤਾਲਮੇਲ ਨਹੀਂ ਹੋਏਗਾ, ਬਰਾਬਰ ਨਹੀਂ ਹੋਏਗਾ। ਜਦੋਂ ਬਰਾਬਰਤਾ ਆ ਜਾਏਗੀ ਉਦੋਂ ਜਿਹੜੀ ਗਤੀ ਹੈ, ਜਿਹੜੀ ਮੂਵਮੈਂਟ ਆ, ਉਹ ਕੀ ਹੋ ਜਾਏਗੀ, ਖਤਮ ਹੋ ਜਾਏਗੀ। ਅਤੇ ਆਪਾਂ ਸੰਪਰਸਰੀ ਘੋਲ ਦੇ ਵਿੱਚ ਇਹੀ ਚੀਜ਼ ਕਹਿ ਰਹੇ ਹਾਂ ਕਿ ਸੈੱਲ ਝਿੱਲੀ ਦੇ ਬਾਹਰ ਜਿਹੜਾ ਪਾਣੀ ਹੋਏਗਾ ਜਾਂ ਘੋਲ ਹੋਏਗਾ, ਜਾਂ ਸੈੱਲ ਝਿੱਲੀ ਦੇ ਅੰਦਰ ਜਿਹੜਾ ਘੋਲ ਹੋਏਗਾ, ਦੋਵੇਂ ਘੋਲ ਕੀ ਹੋਣਗੇ, ਬਰਾਬਰ ਘਣਤਾ ਵਾਲੇ ਜੇ ਹੋਣਗੇ ਤਾਂ ਨਾ ਤਾਂ ਸੈੱਲ ਦੇ ਬਾਹਰੋਂ ਪਾਣੀ ਅੰਦਰ ਆਏਗਾ, ਨਾ ਅੰਦਰੋਂ ਪਾਣੀ ਬਾਹਰ ਜਾਏਗਾ। ਠੀਕ ਹੈ ਜੀ, ਇਹ ਸਾਡੇ ਪਲਾਜ਼ਮਾ ਝਿੱਲੀ ਦਾ ਮਤਲਬ ਕਿ ਸਾਡੀ ਸੈੱਲ ਝਿੱਲੀ ਦਾ ਕੰਮ ਸੀਗਾ। ਹੁਣ ਦੇਖੋ ਜਿਹੜੀ ਸੈੱਲ ਝਿੱਲੀ ਹੁੰਦੀ ਹੈ ਬੱਚੇ ਜੀ, ਉਹ ਮੁਸਾਮਦਾਰ ਹੁੰਦੀ ਹੈ। ਮਤਲਬ ਮੁਸਾਮਦਾਰ ਕੀ, ਉਹਨੇ ਇਹ ਨਹੀਂ ਹੈ ਕਿ ਜਿਹੜੀ ਵੀ ਚੀਜ਼ ਦਿਲ ਕੀਤੀ ਉਹਨੇ ਅੰਦਰ ਮਤਲਬ ਬਾਹਰ ਜਿੰਨੀਆਂ ਵੀ ਚੀਜ਼ਾਂ ਪਈਆਂ ਉਹ ਸਾਰੀਆਂ ਅੰਦਰ ਲੈ ਲਏਗੀ, ਨਹੀਂ। ਅਗਰ ਉਹਨੂੰ ਜਿਸ ਚੀਜ਼ ਦੀ ਲੋੜ ਹੋਏਗੀ ਉਹ ਉਹੀ ਚੀਜ਼ ਲਏਗੀ। ਮੰਨ ਲਓ ਇਹ ਤੁਹਾਡਾ ਸੈੱਲ ਹੈ, ਠੀਕ ਹੈ, ਅਤੇ ਸੈੱਲ ਦੇ ਅੰਦਰ ਬਾਹਰ ਡਿਫਰੈਂਟ ਚੀਜ਼ਾਂ ਪਈਆਂ, ਜਿਵੇਂ ਜੀ ਮਤਲਬ ਗਲੂਕੋਜ਼ ਪਿਆ, ਠੀਕ ਹੈ, ਐਸ ਮਤਲਬ ਸਾਲਟ ਪਿਆ ਹੈ, ਠੀਕ ਹੈ, ਫਿਰ ਡਬਲਿਊ ਮਤਲਬ ਪਾਣੀ ਪਿਆ ਹੈ। ਹੁਣ ਇਹ ਨਹੀਂ ਹੈ ਕਿ ਅਗਰ ਉਹ ਗਲੂਕੋਜ਼ ਲੈ ਰਹੀ ਹੈ ਅੰਦਰ ਤਾਂ ਉਹ ਵਾਟਰ ਵੀ ਲਏਗੀ, ਜ਼ਰੂਰੀ ਨਹੀਂ ਹੈ। ਜਿਹੜੀ ਚੀਜ਼ ਉਹਨੂੰ ਜ਼ਰੂਰੀ ਹੋਏਗੀ ਉਹ ਲਏਗੀ। ਮਤਲਬ ਜੇ ਉਹਨੇ ਗਲੂਕੋਜ਼ ਲਿਆ ਦੇ ਸੈੱਲ ਝਿੱਲੀ ਦੇ ਅੰਦਰ, ਸੈੱਲ ਦੇ ਅੰਦਰ ਗਲੂਕੋਜ਼ ਦੀ ਲੋੜ ਹੈ, ਉਹਨੇ ਗਲੂਕੋਜ਼ ਹੀ ਲੈਣਾ। ਠੀਕ ਹੈ, ਜੇ ਉਹਨੂੰ ਸਾਲਟ ਦੀ ਲੋੜ ਹੈ, ਸਾਲਟ ਹੀ ਲੈਣਾ, ਕਿਉਂਕਿ ਉਹ ਇੱਕ ਮੁਸਾਮਦਾਰ ਝਿੱਲੀ ਹੈ। ਉਹ ਦੇਖਦੀ ਹੈ ਪਹਿਲਾਂ ਕਿ ਮੈਨੂੰ ਕੀ ਚਾਹੀਦਾ, ਪਹਿਲਾਂ ਸਿਲੈਕਟ ਕਰੇਗੀ, ਫਿਰ ਉਹਨੂੰ ਲਏਗੀ। ਠੀਕ ਹੈ, ਇਸ ਕਿਰਿਆ ਦੇ ਵਿੱਚ ਤੁਹਾਨੂੰ ਅੰਡੇ ਵਿੱਚ ਪ੍ਰਸਰਣ ਦੇ ਬਾਰੇ ਦੱਸਿਆ ਹੈ ਕਿ ਅੰਡੇ ਦੇ ਵਿੱਚ ਪ੍ਰਸਰਣ ਕਿਵੇਂ ਹੁੰਦਾ ਹੈ। ਉਸ ਤੋਂ ਬਾਅਦ ਤੁਹਾਨੂੰ ਸੁੱਕੀ ਸੋਗੀ ਦਾ ਵੀ ਦੱਸਿਆ ਹੋਇਆ, ਠੀਕ ਹੈ, ਖੁਰਮਾਨੀ ਜਾਂ ਸੋਗੀ ਦੇ ਨਾਲ ਦੱਸਿਆ ਹੋਇਆ ਹੈ। ਫਿਰ ਤੁਹਾਨੂੰ ਇੱਕ ਕੁਐਸਚਨ ਆਉਂਦਾ ਹੈ ਕਿ ਸੈੱਲ ਝਿੱਲੀ ਜਿਹੜੀ ਹੁੰਦੀ ਹੈ ਉਹਦਾ ਲਚਕੀਲਾਪਨ, ਉਹ ਲਚਕੀਲੀ ਹੁੰਦੀ ਹੈ। ਠੀਕ ਹੈ, ਇਹ ਕਿਸੇ ਮਤਲਬ ਕਿਸੇ ਵੀ ਰੂਪ ਦੇ ਵਿੱਚ ਚੇਂਜ ਹੋ ਜਾਂਦੀ ਹੈ। ਕਹਿੰਦੇ ਇੱਕ ਸੈੱਲ ਜੀਵ ਵਿੱਚ ਸੈੱਲ ਦੇ ਬਾਹਰੀ ਵਾਤਾਵਰਨ ਤੋਂ ਆਪਣਾ ਭੋਜਨ, ਜਿਹੜੇ ਇੱਕ ਸੈੱਲੀ ਜੀਵ ਹੁੰਦੇ ਹਨ, ਆਪਾਂ ਪਿੱਛੇ ਪੜ੍ਹਿਆ ਸੀ ਇੱਕ ਸੈੱਲੀ ਜੀਵ ਕਿਹੜੇ ਹੁੰਦੇ ਹਨ, ਜ਼ਰਾ ਯਾਦ ਕਰੋ, 10 ਸੈਕਿੰਡ ਲਗਾ ਕੇ ਯਾਦ ਕਰੋ, ਜਲਦੀ। ਕਿਹੜੇ ਇੱਕ ਸੈੱਲੀ ਜੀਵ ਹੁੰਦੇ ਹਨ, ਕਿਹੜੇ ਹੁੰਦੇ ਹਨ? ਹਾਂਜੀ, ਪਹਿਲਾਂ ਅਮੀਬਾ, ਠੀਕ ਹੈ, ਫਿਰ ਸਾਡੇ ਕੋਲ ਹੁੰਦਾ ਹੈ ਪੈਰਾਮੀਸ਼ੀਅਮ, ਫਿਰ ਹੁੰਦਾ ਹੈ ਯੂਗਲੀਨਾ, ਬਟ ਅਸੀਂ ਇੱਥੇ ਗੱਲ ਕਰਾਂਗੇ ਅਮੀਬਾ ਦੀ। ਕਹਿੰਦੇ ਕਿ ਜਦੋਂ ਅਮੀਬਾ ਵਰਗੇ ਇੱਕ ਸੈੱਲੀ ਜੀਵ ਜਿਹੜੇ ਹੁੰਦੇ ਹਨ ਭੋਜਨ ਗ੍ਰਹਿਣ ਕਰਦੇ ਹਨ, ਉਹ ਆਪਣਾ ਭੋਜਨ ਕਿਸ ਤਰ੍ਹਾਂ ਗ੍ਰਹਿਣ ਕਰਦੇ ਹਨ, ਕਿਉਂਕਿ ਉਹਨਾਂ ਦੇ ਬਾਹਰ ਤਾਂ ਇੱਕ ਪਲਾਜ਼ਮਾ ਝਿੱਲੀ ਹੀ ਹੈ, ਉਸ ਦੇ ਦੁਆਰਾ ਉਹ ਗ੍ਰਹਿਣ ਕਰਦੇ ਹਨ। ਅਤੇ ਮੈਂ ਤੁਹਾਨੂੰ ਥੋੜ੍ਹੀ ਦੇਰ ਪਹਿਲਾਂ ਦੱਸਿਆ ਸੀ ਕਿ ਅਮੀਬਾ ਦਾ ਕੋਈ ਵੀ ਆਕਾਰ ਨਹੀਂ ਹੁੰਦਾ, ਉਹ ਕੋਈ ਵੀ ਆਕਾਰ 'ਚ ਬਦਲਦਾ ਰਹਿੰਦਾ। ਠੀਕ ਹੈ, ਤਾਂ ਜਿਵੇਂ ਅਮੀਬਾ ਹੈ ਆਪਣਾ, ਤਾਂ ਇਹ ਆਕਾਰ ਲੈ ਲਏਗਾ, ਜਿੱਧਰ ਇਹਦਾ ਭੋਜਨ ਹੋਏਗਾ ਉਸੇ ਤਰ੍ਹਾਂ ਦਾ ਇਹ ਆਕਾਰ ਲੈ ਲਏਗਾ। ਔਰ ਇਹ ਜਿਸ ਪ੍ਰਕਿਰਿਆ ਨਾਲ ਭੋਜਨ ਕਰਦਾ ਹੈ ਉਸ ਪ੍ਰਕਿਰਿਆ ਨੂੰ ਅਸੀਂ ਅੰਤਰਗ੍ਰਹਿਣ ਕਹਿੰਦੇ ਹਾਂ। ਕੀ ਕਹਿੰਦੇ ਹਾਂ? ਅੰਤਰਗ੍ਰਹਿਣ। ਹੁਣ ਇਸ ਡਾਇਗਰਾਮ 'ਚ ਤੁਸੀਂ ਦੇਖ ਰਹੇ ਹੋ ਵੀਡੀਓ 'ਚ, ਅਮੀਬਾ ਆਪਣਾ ਭੋਜਨ ਅੰਦਰ ਲੈ ਕੇ ਜਾ ਰਿਹਾ। ਠੀਕ ਹੈ, ਇਸ ਕਿਰਿਆ ਨੂੰ ਹੀ ਅਸੀਂ ਅੰਤਰਗ੍ਰਹਿਣੀ ਕਿਰਿਆ ਕਹਿੰਦੇ ਹਾਂ। ਇਹਦੇ 'ਚ ਉਹ ਆਪਣੇ
अलग अलग आकार बना के दिखा रहा है। अमीबा अपना भोजन किस द्वारा प्राप्त करता है? अंतर्ग्रहणी क्रिया ਕਰਨ। ठीक है, आ तुहाडे कोल क्वेश्चन आ गया है। होप है कि तुहानूं ये क्वेश्चन समझ आ जाणगे। ਹੁਣ ਅਸੀਂ ਗੱਲ ਕਰਦੇ ਹਾਂ ਸੈੱਲ ਕੰਧ ਦੀ ਜਾਂ ਸੈੱਲ ਭਿੱਤੀ ਦੀ। ਬੱਚੇ ਜਿਹੜੀ ਸੈੱਲ ਕੰਧ ਹੈ ਜਾਂ ਸੈੱਲ ਭਿੱਤੀ ਹੈ ਉਹ ਸਾਨੂੰ ਦੇਖਣ ਨੂੰ ਮਿਲੇਗੀ ਪੌਦਾ ਸੈੱਲ ਦੇ ਵਿੱਚ। ਪੌਦਾ ਸੈੱਲ ਦੇ ਵਿੱਚ ਜਾਂ ਫਿਰ ਤੁਹਾਨੂੰ ਦੇਖਣ ਨੂੰ ਮਿਲੇਗੀ ਫੰਗਸ ਦੇ ਵਿੱਚ, ਮਤਲਬ ਉੱਲੀ ਦੇ ਵਿੱਚ, ਜਾਂ ਤੁਹਾਨੂੰ ਦੇਖਣ ਨੂੰ ਮਿਲੇਗੀ ਇਹ ਜੀਵਾਣੂਆਂ ਦੇ ਵਿੱਚ। ਮਤਲਬ ਸਾਰੇ ਸੈੱਲਾਂ ਦੇ ਵਿੱਚ ਮੋਸਟਲੀ ਤੁਹਾਨੂੰ ਸੈੱਲ ਭਿੱਤੀ, ਸੈੱਲ ਕੰਧ ਦੇਖਣ ਨੂੰ ਮਿਲ ਜਾਏਗੀ। ਪਰ ਜਿਹੜਾ ਸਾਡਾ ਜੰਤੂ ਸੈੱਲ ਹੈ, ਜਿਹੜਾ ਜੰਤੂ ਸੈੱਲ ਹੈ ਉਸ ਵਿੱਚ ਤੁਹਾਨੂੰ ਇਹ ਨਹੀਂ ਦੇਖਣ ਨੂੰ ਮਿਲੇਗੀ। ਠੀਕ ਹੈ, ਇਹ ਉਹਦੇ ਵਿੱਚ ਤੁਹਾਨੂੰ ਨਹੀਂ ਮਿਲੇਗੀ। ਕਿਹਦੇ 'ਚ? ਜੰਤੂ ਸੈੱਲ ਦੇ ਵਿੱਚ ਨਹੀਂ ਦੇਖਣ ਨੂੰ ਮਿਲੇਗੀ। ਹੁਣ ਆਪਾਂ ਸੈੱਲ ਭਿੱਤੀ ਦੀ, ਸੈੱਲ ਕੰਧ ਦੀ ਗੱਲ ਕਰਦੇ ਹਾਂ। ਅਤੇ ਇਹ ਕਹਿੰਦੇ ਕਿ ਜਦੋਂ ਅਸੀਂ ਪੌਦੇ ਸੈੱਲ ਦੀ ਡਾਇਗਰਾਮ ਦੇਖਾਂਗੇ ਨਾ, ਤਾਂ ਮੰਨ ਲਓ ਕਿ ਆਹ ਪੌਦਾ ਸੈੱਲ ਹੈ। ਠੀਕ ਹੈ, ਇਹ ਪੌਦੇ ਸੈੱਲ ਦੀ ਸੈੱਲ ਝਿੱਲੀ ਹੈ ਜਾਂ ਜਿਹਨੂੰ ਅਸੀਂ ਪਲਾਜ਼ਮਾ ਮੈਂਬਰੇਨ ਕਹਿ ਦਿੰਦੇ ਹਾਂ। 1 ਮਿੰਟ ਸੋਰੀ, ਆਹ ਸੈੱਲ ਝਿੱਲੀ ਹੈ। ਠੀਕ ਹੈ, ਪੌਦਾ ਸੈੱਲ ਦੀ। ਅਤੇ ਆਹ ਜਿਹੜੀ ਉਹਦੀ ਬਾਹਰ ਬਿਲਕੁਲ ਉਹਦੇ ਆਊਟਰ 'ਤੇ ਬੱਚੇ ਇੱਕ ਹੋਰ ਲੇਅਰ ਹੁੰਦੀ ਹੈ ਜਿਸ ਨੂੰ ਅਸੀਂ ਕਹਿੰਦੇ ਹਾਂ ਸੈੱਲ ਕੰਧ। ਮਤਲਬ ਪਲਾਜ਼ਮਾ ਝਿੱਲੀ ਦੇ ਬਾਹਰ ਅਗਰ ਤੁਹਾਨੂੰ ਕੋਈ ਝਿੱਲੀ ਦਿਖ ਰਹੀ ਹੈ ਤਾਂ ਉਹ ਕੀ ਹੋਏਗੀ? ਸੈੱਲ ਭਿੱਤੀ ਹੋਏਗੀ, ਉਹ ਸੈੱਲ ਕੰਧ ਹੋਏਗੀ। ਠੀਕ ਹੈ, ਹੁਣ ਆਪਾਂ ਇਸ ਦੇ ਬਾਰੇ ਥੋੜ੍ਹਾ ਪੜ੍ਹ ਲੈਂਦੇ ਹਾਂ, ਸੈੱਲ ਕੰਧ ਜਾਂ ਸੈੱਲ ਭਿੱਤੀ ਬਾਰੇ ਪੜ੍ਹ ਲੈਂਦੇ ਹਾਂ। ਤਾਂ ਦੇਖੋ ਜ਼ਰਾ, ਪੌਦੇ ਸੈੱਲ ਦੀ ਭਿੱਤੀ ਮੁੱਖ ਰੂਪ ਵਿੱਚ ਸੈਲੂਲੋਜ਼ ਦੀ ਬਣੀ ਹੁੰਦੀ ਹੈ। ਸੈਲੂਲੋਜ਼ ਇੱਕ ਮਟੀਰੀਅਲ ਹੈ ਜਿਹਦੀ ਬਣੀ ਹੁੰਦੀ ਹੈ। ਉਹ ਇੱਕ ਜਟਿਲ ਮਟੀਰੀਅਲ ਹੈ, ਜਟਿਲ ਪਦਾਰਥ ਹੈ ਜਿਹੜਾ ਕਿ ਪੌਦਿਆਂ ਦੀ ਸੰਰਚਨਾਤਮਕ ਨੂੰ ਦ੍ਰਿੜਤਾ ਪ੍ਰਦਾਨ ਕਰਦਾ ਹੈ। ਮਤਲਬ ਅਗਰ ਕਿਸੇ ਪੌਦੇ ਸੈੱਲ ਦਾ ਡਾਇਗਰਾਮ ਇਸ ਤਰ੍ਹਾਂ ਹੈ, ਉਹ ਇਸ ਤਰ੍ਹਾਂ ਹੀ ਰਹੇਗਾ। ਉਹ ਮਤਲਬ ਉਹ ਆਪਣੀ ਆਕਾਰ ਨਹੀਂ ਚੇਂਜ ਕਰੇਗਾ, ਉਹ ਇਸ ਤਰ੍ਹਾਂ ਦਾ ਤਾਂ ਇਸ ਤਰ੍ਹਾਂ ਹੀ ਰਹੇਗਾ। ਇਹ ਨਹੀਂ ਕਿ ਸਕੁਏਅਰ ਬਣ ਜਾਏਗਾ ਜਾਂ ਫਿਰ ਗੋਲਾ ਹੋ ਜਾਏਗਾ, ਇੱਦਾਂ ਨਹੀਂ ਹੋਏਗਾ। ਜਿਹੜੀ ਸਿਰਫ ਪਲਾਜ਼ਮਾ ਝਿੱਲੀ ਵਾਲਾ ਹੁੰਦਾ ਹੈ ਉਹ ਆਪਣੀ ਜਿਹੜੀ ਹੈ ਆਕਾਰ ਬਦਲ ਸਕਦਾ ਹੈ, ਬਟ ਸੈੱਲ ਕੰਧ ਆਪਣਾ ਆਕਾਰ ਨਹੀਂ ਬਦਲਦੀ। ਠੀਕ ਹੈ, ਉਹ ਇਹਨੂੰ ਦ੍ਰਿੜਤਾ ਦਿੰਦੀ ਹੈ। ਇਹਦਾ ਪਹਿਲਾ ਕੰਮ ਕੀ ਹੋ ਗਿਆ? ਦ੍ਰਿੜਤਾ। ਤੁਹਾਨੂੰ ਇਹਦੇ ਵਿੱਚ ਜ਼ਿਆਦਾ ਕੰਮ ਪਤਾ ਹੋਣੇ ਚਾਹੀਦੇ ਹੈ। ਫਿਰ ਕਹਿੰਦੇ ਜਦੋਂ ਕਿਸੇ ਪੌਦਾ ਸੈੱਲ ਵਿੱਚ ਪ੍ਰਸਰਣ ਵਿਧੀ ਦੁਆਰਾ ਪਾਣੀ ਨਿਕਲ ਜਾਂਦਾ ਹੈ, ਸੈੱਲ ਝਿੱਲੀ ਸਮੇਤ ਸੈੱਲ ਦੇ ਅੰਦਰੂਨੀ ਪਦਾਰਥ ਸੁੰਗੜ ਕੇ ਸੈੱਲ ਭਿੱਤੀ ਤੋਂ ਦੂਰ ਹੋ ਜਾਂਦੇ ਹਨ। ਹੁਣ ਆਹ ਚੀਜ਼ ਦੇਖਦੇ ਹਾਂ ਕਿ ਕਿਵੇਂ ਹੁੰਦੀ ਹੈ। ਦੇਖੋ ਬੱਚੇ, ਕੁਛ ਇਸ ਤਰ੍ਹਾਂ ਹੁੰਦਾ ਹੈ ਕਿ ਆਹ ਤੁਹਾਡੀ ਸੈੱਲ ਕੰਧ ਹੈ ਅਤੇ ਇਹ ਤੁਹਾਡੇ ਕੋਲ ਪੌਦਾ ਸੈੱਲ ਦੇ ਪਦਾਰਥ ਹੈ। ਜਦੋਂ ਇਹਦੇ 'ਚ ਪ੍ਰਸਰਣ ਕਿਰਿਆ ਦੁਆਰਾ ਪਾਣੀ ਨਿਕਲ ਜਾਂਦਾ, ਮੰਨ ਲਓ ਕਿ ਆਪਾਂ ਪਾਣੀ ਨਹੀਂ ਦਿੰਦੇ, ਤਾਂ ਉਸ ਤੋਂ ਬਾਅਦ ਕੀ ਹੁੰਦਾ ਹੈ? ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਜਿਹੜੀ ਆ ਸਾਡੀ ਸੈੱਲ ਦੇ ਅੰਦਰ ਵਾਲੇ ਪਦਾਰਥ ਹੁੰਦੇ ਹਨ ਉਹ ਕੀ ਕਰਦੇ ਹਨ? ਸੁੰਗੜ ਜਾਂਦੇ ਹਨ। ਕੀ ਕਰਦੇ ਹਨ? ਸੁੰਗੜ ਜਾਂਦੇ ਹਨ। ਮੰਨ ਲਓ ਇਹ ਇੰਨਾ ਕੁ ਹੋ ਗਿਆ। ਠੀਕ ਹੈ, ਇਹ ਸੁੰਗੜ ਗਿਆ। ਹੁਣ ਇਹ ਸੁੰਗੜਨ ਦੀ ਜਿਹੜੀ ਕਿਰਿਆ ਹੈ, ਦੂਰ ਹੋ ਗਏ ਨਾ ਸੈੱਲ ਭਿੱਤੀ ਤੋਂ, ਇਹ ਪਦਾਰਥ ਦੂਰ ਹੋ ਗਿਆ, ਤਾਂ ਇਸ ਕਿਰਿਆ ਨੂੰ ਅਸੀਂ ਕਹਿੰਦੇ ਹਾਂ ਪਲਾਜ਼ਮੋਲੇਸਿਸ। ਠੀਕ ਹੈ, ਔਰ ਅਗਰ ਇਹਨੂੰ ਟਾਈਮ ਸਿਰ ਪਾਣੀ ਮਿਲ ਗਿਆ, ਦੁਬਾਰਾ ਇਹਨੂੰ ਪਾਣੀ ਮਿਲ ਗਿਆ, ਪਾਣੀ ਇਹਦੇ ਅੰਦਰ ਚਲਾ ਗਿਆ, ਤਾਂ ਇਸਨੇ ਫਿਰ ਆਪਣਾ ਆਕਾਰ ਦੁਬਾਰਾ ਉਵੇਂ ਹੀ ਲੈ ਲੈਣਾ। ਤਾਂ ਇਸ ਨੂੰ ਅਸੀਂ ਕਹਿ ਦਿੰਦੇ ਹਾਂ ਡੀਪਲਾਜ਼ਮੋਲੇਸਿਸ। ਠੀਕ ਹੈ, ਇਹਨੂੰ ਅਸੀਂ ਕਹਿ ਦਿੰਦੇ ਹਾਂ ਡੀਪਲਾਜ਼ਮੋਲੇਸਿਸ। ਨੈਕਸਟ ਤੁਹਾਨੂੰ ਆਹ ਡਾਇਗਰਾਮ ਦਿਖ ਰਹੀ ਹੈ। ਹਾਂਜੀ, ਇਸ ਡਾਇਗਰਾਮ 'ਚ ਤੁਸੀਂ ਦੇਖ ਰਹੇ ਹੋ ਆ ਰੈੱਡ ਕਲਰ ਦੇ ਸੈੱਲ ਸੁੰਗੜ ਗਏ ਹਨ, ਰੈੱਡ ਕਲਰ ਦਾ ਪਦਾਰਥ। ਇਹਦੇ ਵਿੱਚ ਦੇਖੋ ਗ੍ਰੀਨ ਕਲਰ ਵਾਲਾ ਸੁੰਗੜ ਗਿਆ। ਹੁਣ ਇਹਦੇ ਵਿੱਚ ਵਿਚਲਾ ਪਦਾਰਥ ਸੁੰਗੜ ਗਿਆ। ਨੈਕਸਟ ਆਪਣਾ ਹੈ, ਇਹ ਜਿਹੜੀ ਤੁਹਾਨੂੰ ਡਾਇਗਰਾਮ ਦਿਖਾ ਰਹੀ ਹਾਂ, ਇਹ ਕੇਂਦਰਕ ਦੀ ਡਾਇਗਰਾਮ ਹੈ। ਠੀਕ ਹੈ, ਕਿਹਦੀ ਡਾਇਗਰਾਮ ਹੈ? ਕੇਂਦਰਕ ਦੀ।
ਕੇਂਦਰਕ ਤੁਹਾਨੂੰ ਪਤਾ ਹੈ ਸੈੱਲ ਦੇ ਸੈਂਟਰ ਦੇ ਵਿੱਚ, ਸਿਰਫ ਪੌਦਾ ਸੈੱਲ ਨੂੰ ਛੱਡ ਕੇ ਬਾਕੀ ਜਰਨਲੀ ਸਾਰੇ ਸੈੱਲਾਂ ਦੇ ਵਿੱਚ ਜਿਹੜਾ ਕੇਂਦਰਕ ਹੁੰਦਾ ਹੈ ਉਹ ਕਿੱਥੇ ਹੁੰਦਾ ਹੈ? ਸੈੱਲ ਦੇ ਸੈਂਟਰ ਦੇ ਵਿੱਚ ਹੁੰਦਾ ਹੈ, ਵਿਚਕਾਰ ਹੁੰਦਾ ਹੈ। ਠੀਕ ਹੈ, ਉਸ ਨੂੰ ਮੈਂ ਥੋੜ੍ਹਾ ਵੱਡਾ ਬਣਾ ਕੇ ਦਿਖਾਇਆ ਹੈ। ਇਹ ਸਾਰਿਆਂ ਦੇ ਵਿੱਚ ਇਸ ਤਰ੍ਹਾਂ ਦਾ ਕੇਂਦਰਕ ਨਹੀਂ ਹੁੰਦਾ। ਠੀਕ ਹੈ, ਚਲੋ ਮੈਂ ਤੁਹਾਨੂੰ ਹੁਣ ਗੱਲ ਕਰਕੇ ਦਿਖਾਉਂਦੀ ਹਾਂ, ਹੁਣੇ ਤੁਹਾਨੂੰ ਸਮਝਾਉਂਦੀ ਹਾਂ ਕਿਵੇਂ। ਬੱਚੇ ਆ ਜਿਹੜਾ ਕੇਂਦਰਕ ਦੇ ਬਾਹਰ ਆ ਤੁਹਾਨੂੰ ਦਿਖ ਰਹੀ ਹੈ, ਜਿਸ ਨੂੰ ਮੈਂ ਕੇਂਦਰਕ ਝਿੱਲੀ ਡਿਨੋਟ ਕੀਤਾ ਹੈ, ਇਹ ਕੇਂਦਰ ਦੇ ਬਾਹਰ ਇੱਕ ਝਿੱਲੀ ਹੈ। ਜਿਵੇਂ ਸੈੱਲ ਦੇ ਬਾਹਰ ਇੱਕ ਝਿੱਲੀ ਸੀ, ਉਹਨੂੰ ਅਸੀਂ ਸੈੱਲ ਝਿੱਲੀ ਕਹਿ ਦਿੱਤਾ ਜਾਂ ਪਲਾਜ਼ਮਾ ਝਿੱਲੀ ਕਹਿ ਦਿੱਤਾ। ਕੇਂਦਰਕ ਦੇ ਬਾਹਰ ਝਿੱਲੀ ਨੂੰ ਅਸੀਂ ਕੀ ਕਹਿ ਦਿੰਦੇ ਹਾਂ? ਕੇਂਦਰਕ ਝਿੱਲੀ। ਹੁਣ ਕੇਂਦਰਕ ਝਿੱਲੀ ਦੇ ਅੰਦਰ ਆ ਤੁਹਾਨੂੰ ਕੇਂਦਰਕ ਦਰਵ ਦਿਖਦਾ ਹੈ। ਜਿਵੇਂ ਸੈੱਲ ਦੇ ਅੰਦਰ ਜਿਹੜਾ ਦਰਵ ਹੁੰਦਾ ਉਹਨੂੰ ਸੈੱਲ ਦਰਵ ਕਹਿੰਦੇ ਆ, ਅਤੇ ਕੇਂਦਰਕ ਦੇ ਅੰਦਰ ਜਿਹੜਾ ਦਰਵ ਹੁੰਦਾ ਉਹਨੂੰ ਕੇਂਦਰਕ ਦਰਵ ਕਹਿੰਦੇ ਆ। ਹੁਣ ਇਹ ਤੁਹਾਨੂੰ ਧਾਗੇ ਲਾਈਕ ਜਿਹੜੀਆਂ ਸਟਰਕਚਰਾਂ ਦਿਖ ਰਹੀਆਂ ਹਨ, ਇਹਨਾਂ ਨੂੰ ਅਸੀਂ ਲਿਖਿਆ ਹੈ ਕ੍ਰੋਮੈਟੀਨ। ਅਤੇ ਜਿਹੜਾ ਤੁਹਾਨੂੰ ਆਹ ਬਲੂ ਕਲਰ ਦਾ ਦਿਖ ਰਿਹਾ ਹੈ ਛੋਟਾ ਜਿਹਾ ਪਾਰਟ, ਇਸ ਨੂੰ ਅਸੀਂ ਕਹਿੰਦੇ ਹਾਂ ਕੇਂਦਰਕਾਇਆ ਜਾਂ ਨਿਊਕਲੀਓਲਸ। ਠੀਕ ਹੈ ਜੀ, ਹੁਣ ਇਹਨਾਂ ਦੇ ਅਸੀਂ ਕੰਮ ਪੜ੍ਹਦੇ ਹਾਂ ਕਿ ਕੀ ਕੰਮ ਕਰਦੇ ਹਨ। ਹੁਣ ਜਿਹੜੀ ਕੇਂਦਰਕ ਝਿੱਲੀ ਹੈ, ਜਿਵੇਂ ਪਲਾਜ਼ਮਾ ਝਿੱਲੀ ਦਾ ਕੰਮ ਹੁੰਦਾ ਹੈ ਕੋਈ ਚੀਜ਼ ਅੰਦਰ ਜਾਂ ਬਾਹਰ ਲੈ ਕੇ ਜਾਣ ਦਾ, ਉਵੇਂ ਹੀ ਕੇਂਦਰਕ ਝਿੱਲੀ ਦਾ ਕੰਮ ਹੁੰਦਾ ਹੈ। ਆਹ ਕੇਂਦਰਕ ਝਿੱਲੀ ਦੇ ਵਿੱਚ ਛੋਟੇ ਛੋਟੇ ਮੋਰੀਆਂ ਹੁੰਦੀਆਂ ਹਨ, ਜਿਨ੍ਹਾਂ ਦੇ ਦੁਆਰਾ ਜਿਹੜੇ ਕੇਂਦਰਕ ਝਿੱਲੀ ਦਾ ਜਿਹੜਾ ਦਰਵ ਹੁੰਦਾ ਹੈ ਜਾਂ ਫਿਰ ਇਹ ਜੋ ਵੀ ਬਣਾਉਂਦੀ ਹੈ ਉਹ ਬਾਹਰ ਜਾਂਦਾ ਹੈ। ਜਿਹੜਾ ਕ੍ਰੋਮੈਟੀਨ ਹੁੰਦਾ ਹੈ ਪੁੱਤਰ ਜੀ, ਇਹਦੇ 'ਚ ਸਾਡੇ ਪੂਰੇ ਸਰੀਰ ਦੇ ਆਪਾਂ ਕਹਿ ਸਕਦੇ ਹਾਂ ਕਿ ਰਿਕਾਰਡ ਹੁੰਦਾ ਹੈ। ਪੂਰੇ ਸਰੀਰ ਦੇ ਵਿੱਚ ਕਿੱਥੇ ਕੀ ਕਿਹੜੀ ਪ੍ਰੋਟੀਨ ਚਾਹੀਦੀ ਹੈ, ਕੀ ਹੋਣਾ ਚਾਹੀਦਾ, ਉਹ ਸਭ ਕੁਝ ਹੁੰਦਾ ਹੈ ਕ੍ਰੋਮੈਟੀਨ ਦੇ ਵਿੱਚ। ਅੱਗੋਂ ਕ੍ਰੋਮੈਟੀਨ ਦੀ ਗੱਲ ਕਰਦੇ ਹਾਂ। ਕੇਂਦਰਕ ਦਰਵ ਦੇ ਵਿੱਚ ਜਿੰਨੇ ਵੀ ਕੇਂਦਰਕ ਨੂੰ ਪ੍ਰੋਟੀਨ ਚਾਹੀਦੇ ਹਨ ਜਾਂ ਫਿਰ ਕੋਈ ਮਿਨਰਲਸ ਚਾਹੀਦੇ ਹਨ ਜਾਂ ਕੋਈ ਵਿਟਾਮਿਨਸ ਚਾਹੀਦੇ ਹਨ, ਉਹ ਸਾਰੇ ਦੇ ਸਾਰੇ ਚੀਜ਼ਾਂ ਕੇਂਦਰਕ ਦਰਵ ਦੇ ਵਿੱਚ ਹੁੰਦੀਆਂ ਹਨ। ਕੇਂਦਰਕਾਇਆ ਜਿਹੜੀ ਹੁੰਦੀ ਹੈ, ਇਹ ਜਿਹੜਾ ਕੇਂਦਰਕਾਇਆ ਹੁੰਦੀ ਹੈ, ਇਹਦਾ ਕੰਮ ਹੁੰਦਾ ਹੈ ਇੱਕ ਨਿੱਕੜਾ ਅੰਗ ਬਣਾਉਂਦੀ ਹੈ ਇਹ, ਜਿਹਨੂੰ ਰਾਈਬੋਸੋਮ ਕਹਿੰਦੇ ਹਨ। ਠੀਕ ਹੈ, ਉਮੀਦ ਹੈ ਤੁਹਾਨੂੰ ਇਹ ਸਮਝ ਆ ਗਿਆ ਹੋਣਾ। ਨੈਕਸਟ ਦੇਖਦੇ ਹਾਂ ਬੱਚੇ, ਸੈੱਲ ਜਿਹੜਾ ਹੁੰਦਾ ਹੈ ਉਹ ਇੱਕ, ਮੈਂ ਤੁਹਾਨੂੰ ਪਿੱਛੇ ਪੜ੍ਹਾ ਕੇ ਗਈ ਸੀਗੀ, ਜਿਹੜਾ ਸੈੱਲ ਹੁੰਦਾ ਹੈ ਉਹ ਆਪਣੇ ਪੁਰਾਣੇ ਸੈੱਲ ਤੋਂ ਨਵੇਂ ਸੈੱਲ ਦੇ ਵਿੱਚ ਬਣਦਾ ਹੈ। ਇਹ ਕਿਰਿਆ ਅਸੀਂ ਇਸ ਚੈਪਟਰ ਦੇ ਲਾਸਟ 'ਤੇ ਪੜ੍ਹਾਂਗੇ, ਔਰ ਇੱਥੇ ਅਸੀਂ ਦੇਖਦੇ ਹਾਂ ਕੀ ਹੁੰਦਾ ਹੈ। ਬੱਚੇ, ਜਦੋਂ ਸੈੱਲ ਮਤਲਬ ਇੱਕ ਸੈੱਲ ਤੋਂ ਦੋ ਸੈੱਲ 'ਚ ਡਿਵਾਈਡ ਨਹੀਂ ਹੋ ਰਿਹਾ ਹੁੰਦਾ, ਮਤਲਬ ਉਹ ਅੱਗੋਂ ਆਪਣੇ ਸੈੱਲ ਨਹੀਂ ਬਣਾ ਰਿਹਾ, ਤਾਂ ਉਹਦੇ ਜਿਹੜੇ ਅੰਦਰ ਨਿਊਕਲੀਅਸ ਦੇ ਅੰਦਰ ਜਿਹੜੇ ਧਾਗੇ ਲਾਈਕ ਸਟਰਕਚਰਾਂ ਹੁੰਦੀਆਂ ਹਨ ਉਹ ਇਸ ਤਰ੍ਹਾਂ ਹੀ ਪਈਆਂ ਰਹਿੰਦੀਆਂ ਹਨ, ਉਹਨਾਂ ਨੂੰ ਅਸੀਂ ਕੀ ਕਹਿ ਦਿੰਦੇ ਹਾਂ? ਕ੍ਰੋਮੈਟੀਨ। ਪਰ ਜਦੋਂ ਸਾਡਾ ਸੈੱਲ ਡਿਵਾਈਡ ਹੋਣ ਲੱਗਦਾ ਹੈ, ਮਤਲਬ ਇੱਕ ਸੈੱਲ ਤੋਂ ਦੋ ਸੈੱਲ ਬਣਾਉਂਦਾ ਹੈ, ਤਾਂ ਉਹਦੀ ਜਿਹੜੀ ਕ੍ਰੋਮੈਟੀਨ ਹੁੰਦੀ ਹੈ ਉਹ ਕੰਡੈਂਸ ਹੋ ਜਾਂਦੀ ਹੈ, ਮਤਲਬ ਸੁੰਗੜ ਜਾਂਦੀ ਹੈ। ਸੁੰਗੜ ਕੇ ਉਹ ਕੁਛ ਇਸ ਤਰ੍ਹਾਂ ਦੀਆਂ ਸਟਰਕਚਰਾਂ ਬਣਾ ਦਿੰਦੀ ਹੈ, ਜਿਨ੍ਹਾਂ ਨੂੰ ਕਹਿੰਦੇ ਆ ਗੁਣ ਸੂਤਰ। ਠੀਕ ਹੈ, ਜਿਨ੍ਹਾਂ ਨੂੰ ਕੀ ਕਹਿੰਦੇ ਆ ਜੀ ਅਸੀਂ? ਗੁਣ ਸੂਤਰ। ਹੁਣ ਆਹ ਜਿਹੜੇ ਗੁਣ ਸੂਤਰ ਹੁੰਦੇ ਹਨ, ਇਹਨਾਂ ਨੂੰ ਕ੍ਰੋਮੋਸੋਮ ਵੀ ਕਹਿੰਦੇ ਹਨ, ਇੰਗਲਿਸ਼ 'ਚ ਕ੍ਰੋਮੋਸੋਮ ਕਹਿ ਦਿੰਦੇ ਹਨ। ਠੀਕ ਹੈ, ਇਹ ਹਰ ਜੀਵ ਦੇ ਵਿੱਚ ਵੱਖਰੇ ਵੱਖਰੇ ਹੁੰਦੇ ਹਨ। ਮਨੁੱਖ ਦੇ ਵਿੱਚ ਇਹ ਹੁੰਦੇ ਹਨ 46, ਠੀਕ ਹੈ, ਜਾਂ ਫਿਰ ਅਸੀਂ ਕਹਿ ਸਕਦੇ ਹਾਂ 23 ਪੇਅਰ, ਜੋੜਾ, 23 ਦਾ ਜੋੜਾ, ਇਹ ਗੁਣਸੂਤਰ ਹੁੰਦੇ ਹਨ। ਆਹ ਜਿਹੜੀਆਂ ਇਸ ਤਰ੍ਹਾਂ ਦੀਆਂ ਸਟਰਕਚਰਸ ਬਣਾਈਆਂ ਮੈਂ, ਇਹ ਇਹਨਾਂ ਦੀਆਂ ਹੁੰਦੀਆਂ ਆਰਮਸ, ਕੀ ਹੁੰਦੀਆਂ? ਭੁਜਾਵਾਂ। ਇਹਨਾਂ ਭੁਜਾਵਾਂ ਦੇ ਅੰਦਰ ਤੁਸੀਂ DNA ਬਾਰੇ ਸੁਣਿਆ ਹੋਣਾ, DNA ਹੁੰਦਾ ਹੈ ਇਹਨਾਂ ਭੁਜਾਵਾਂ ਦੇ ਅੰਦਰ। ਇਹ ਸਾਡਾ ਥੋੜ੍ਹੀ ਸਟਰਕਚਰ ਮੇਰੀ ਟੇਢੀ ਮੇਢੀ ਬਣ ਗਈ। ਆਹ ਕੀ ਹੁੰਦਾ ਹੈ? DNA ਹੁੰਦਾ ਹੈ। ਹੁਣ ਇਹ DNA ਦਾ ਕੀ ਕੰਮ ਹੈ? ਤੁਸੀਂ ਕ੍ਰਾਈਮ ਪੈਟਰੋਲ ਵੇਖਦੇ ਹੋਗੇ, CID ਵੇਖਦੇ ਹੋਗੇ, ਤੁਹਾਨੂੰ ਪਤਾ ਉਹ ਤੋਂ DNA ਲੈ ਕੇ ਪੂਰੇ ਬੰਦੇ ਦੀ ਇਨਫੋਰਮੇਸ਼ਨ ਕੱਢ ਦਿੰਦੇ ਆ। ਠੀਕ ਹੈ, ਅਤੇ ਇਹ ਉਹੀਓ ਕੰਮ ਕਰਦਾ ਹੈ।
DNA ਦੇ ਵਿੱਚ ਐਕਚੁਅਲੀ ਸਾਡੀ ਸਾਰੀ ਬੋਡੀ ਦੀ ਇਨਫੋਰਮੇਸ਼ਨ ਹੁੰਦੀ ਹੈ। DNA ਸਾਡੇ ਹਰ ਇੱਕ ਪਾਰਟ ਦੇ ਵਿੱਚ ਪ੍ਰੈਜ਼ੈਂਟ ਹੁੰਦਾ ਹੈ। ਜਿਵੇਂ ਸੈੱਲ ਹਰ ਇੱਕ ਜਗ੍ਹਾ 'ਤੇ ਹੁੰਦਾ ਹੈ, ਉਵੇਂ ਹੀ DNA ਹਰ ਇੱਕ ਜਗ੍ਹਾ 'ਤੇ ਹੁੰਦਾ ਹੈ। ਔਰ ਹਰ ਸੈੱਲ ਦੇ ਵਿੱਚ ਕੇਂਦਰਕ ਹੁੰਦਾ ਹੈ। ਇਟ ਮੀਨਸ ਹਰ ਸੈੱਲ ਦੇ ਵਿੱਚ ਕ੍ਰੋਮੋਸੋਮ ਹੁੰਦਾ ਹੈ। ਜਿੰਨੇ ਕ੍ਰੋਮੋਸੋਮ ਸਾਡੇ ਉਂਗਲੀਆਂ ਵਾਲੇ ਸੈੱਲ 'ਚ ਹੈ, ਓਨੇ ਹੀ ਕ੍ਰੋਮੋਸੋਮ ਸਾਡੇ ਬਾਂਹ ਦੀ ਸੈੱਲ 'ਚ ਹੋਣਗੇ, 46। ਠੀਕ ਹੈ, ਬਟ ਇਹ ਕ੍ਰੋਮੋਸੋਮ ਇੱਕ ਜਗ੍ਹਾ 'ਤੇ ਹੀ ਅੱਧੇ ਹੁੰਦੇ ਹਨ, ਮਤਲਬ 23 ਰਹਿ ਜਾਂਦੇ ਹਨ। 23 ਜੋੜੇ ਤੋਂ ਇਕੱਲੇ 23 ਰਹਿ ਜਾਂਦੇ ਹਨ। ਉਹ ਕਿਹੜੇ ਕਿਹੜੇ ਸੈੱਲ ਹੁੰਦੇ ਹਨ, ਤੁਸੀਂ ਮੈਨੂੰ ਲੱਭ ਕੇ ਕਮੈਂਟ ਦੇ ਵਿੱਚ ਆਨਸਰ ਦਿਓਗੇ। ਠੀਕ ਹੈ, ਅੱਛਾ ਜੀ। ਹੁਣ DNA ਦਾ, ਜੇ ਸਾਡੇ ਕੋਲ ਐਡਾ DNA ਹੈ, ਠੀਕ ਹੈ, ਇਹਦੇ 'ਚ ਸਾਰੇ ਕੋਡ ਹੁੰਦੇ ਹਨ। ਜਿਵੇਂ ਆਰਮੀ ਵਾਲੇ ਕੋਡ ਯੂਜ਼ ਕਰਦੇ ਹਨ, ਜਾਂ ਕੋਈ ਵੀ ਸੀਕਰੇਟ ਮਿਸ਼ਨ ਹੁੰਦਾ, ਉਹਦੇ 'ਚ ਕੋਡ ਯੂਜ਼ ਹੁੰਦੇ ਹਨ। ਸੇਮ ਸਾਡਾ DNA ਵੀ ਸਪੈਸ਼ਲ ਤਰ੍ਹਾਂ ਦੇ ਕੋਡ ਰੱਖਦਾ ਹੈ। ਠੀਕ ਹੈ, ਜਿਹੜੇ ਕੋਡ ਸਰੀਰ ਦੇ ਵਿੱਚ ਕੋਈ ਪ੍ਰੋਟੀਨ ਬਣਾਉਂਦੇ ਹਨ, ਕੋਈ ਵੀ ਕੋਡ, ਮੰਨ ਲਓ ਆਹ ਕੋਡ ਸਰੀਰ ਦੇ ਵਿੱਚ ਪ੍ਰੋਟੀਨ ਬਣਾ ਰਿਹਾ ਹੈ ਜਾਂ ਅਮਾਈਨੋ ਐਸਿਡ ਬਣਾ ਰਿਹਾ ਹੈ। ਕੀ ਬਣਾ ਰਿਹਾ ਹੈ? ਅਮਾਈਨੋ ਐਸਿਡ। ਅਗਰ ਤਾਂ ਪਤਾ ਹੈ ਤਾਂ ਵੈਲ ਐਂਡ ਗੁੱਡ, ਨਹੀਂ ਪਤਾ ਤਾਂ ਮੈਨੂੰ ਕਮੈਂਟ 'ਚ ਲਿਖ ਦਿਓ। ਅਮਾਈਨੋ ਐਸਿਡ ਅਗਰ ਬਣਾ ਰਿਹਾ ਹੈ, ਕੋਈ ਵੀ ਪ੍ਰੋਟੀਨ ਬਣਾ ਰਿਹਾ ਜਾਂ ਅਮਾਈਨੋ ਐਸਿਡ ਬਣਾ ਰਿਹਾ ਹੈ, ਕੋਈ ਵੀ DNA ਦਾ ਪਾਰਟ, ਉਸ ਪਾਰਟ ਨੂੰ ਅਸੀਂ ਕੀ ਕਵਾਂਗੇ? ਜੀਨ। ਠੀਕ ਹੈ, ਇਹ ਨਹੀਂ ਹੈ ਕਿ ਆਹ ਸਾਰਾ DNA ਹੈ ਅਤੇ ਸਾਰਾ ਹੀ ਫੰਕਸ਼ਨਿੰਗ ਹੋਏਗਾ। ਬੱਚੇ ਜੀ, ਫੰਕਸ਼ਨਿੰਗ ਉਹਨਾਂ ਕੁ ਵੀ ਮਤਲਬ ਸਾਰੇ DNA 'ਚੋਂ ਇਹ ਵੀ ਹੋ ਸਕਦਾ ਸਿਰਫ ਇੰਨਾ ਕੁ ਪਾਰਟ ਹੀ ਫੰਕਸ਼ਨ ਹੈ। ਇਹ ਵੀ ਹੋ ਸਕਦਾ ਸਾਰੇ DNA ਦੇ ਵਿੱਚ ਇੰਨਾ ਸਾਰਾ ਕੋਈ ਪਾਰਟ ਵੀ ਫੰਕਸ਼ਨਿੰਗ ਨਹੀਂ ਕਰਦਾ। ਠੀਕ ਹੈ, ਲੱਗ ਗਈ ਸਮਝ? ਜਿਹੜਾ ਸਾਡੇ ਸਰੀਰ ਦੇ ਵਿੱਚ ਪ੍ਰੋਟੀਨ ਬਣਾਉਂਦਾ ਹੈ ਜਾਂ ਫੰਕਸ਼ਨ ਕੋਈ ਵੀ ਕੰਮ ਕਰਦਾ ਹੈ, ਉਸ ਪਾਰਟ ਨੂੰ ਅਸੀਂ DNA ਦੀ ਕੀ ਕਹਿ ਦਿੰਦੇ ਹਾਂ? ਜੀਨ। ਇਹ ਤੁਹਾਨੂੰ ਸਾਰੀ ਡਿਟੇਲ ਮੈਂ ਸਮਝਾਤੀ। ਹੁਣ ਆਹ ਜਿਹੜਾ ਤੁਹਾਨੂੰ ਅੱਗੋਂ ਦਿੱਤਾ ਹੈ, ਇਹ ਸਾਰਾ ਕੀ ਹੈ? ਇਹ ਤੁਹਾਡਾ ਕੀ ਚੱਲ ਰਿਹਾ ਹੈ ਬੱਚੇ? ਆਹ ਜਿਹੜਾ ਤੁਹਾਨੂੰ ਸਾਰਾ ਦਿੱਤਾ ਹੋਇਆ ਹੈ, ਇਹ ਕੀ ਦਿੱਤਾ ਹੋਇਆ ਹੈ? ਕੇਂਦਰਕ। ਠੀਕ ਹੈ, ਕੇਂਦਰਕ ਦੇ ਬਾਰੇ ਜੋ ਮੈਂ ਤੁਹਾਨੂੰ ਦੱਸਿਆ ਹੈ, ਉਹ ਸਾਰਾ ਕੁਛ ਇਹਦੇ ਵਿੱਚ ਲਿਖਿਆ ਹੋਇਆ ਹੈ। ਜਿਵੇਂ ਕਿ ਸੈੱਲ ਦੇ ਵੱਖ-ਵੱਖ ਭਾਗ ਰਸਾਇਣਿਕ ਰਚਨਾ ਦੇ ਆਧਾਰ 'ਤੇ ਵੱਖ-ਵੱਖ ਰੰਗਾਂ ਨਾਲ ਰੰਗੇ ਜਾਂਦੇ ਹਨ। ਠੀਕ ਹੈ, ਇਹ ਤੁਹਾਨੂੰ ਦੱਸਿਆ ਕਿ ਸੈਫਰੀਨ ਦੇ ਨਾਲ ਕੋਈ ਵੀ, ਅਗਰ ਤੁਸੀਂ, ਮੈਂ ਤੁਹਾਨੂੰ ਜੋ ਪਹਿਲੇ ਪਾਰਟ 'ਚ ਦੱਸਿਆ ਸੀ ਕਿ ਤੁਸੀਂ ਅਗਰ ਕਲਰਡ ਬਣਾਉਣਾ ਹੈ ਤਾਂ ਉਸਨੂੰ ਸੈਫਰੀਨ ਜਾਂ ਮੈਥਲੀਨ ਬਲੂ ਦੇ ਨਾਲ ਘੋਲ ਦੇ ਵਿੱਚ ਰੰਗੋ। ਹੁਣ ਇੱਥੋਂ ਐਕਚੁਅਲੀ ਸਟਾਰਟ ਹੁੰਦਾ ਹੈ ਕਿ ਕਿਸ ਤਰ੍ਹਾਂ ਇਹ ਕੰਮ ਕਰਦਾ ਹੈ। ਕੇਂਦਰਕ ਦੇ ਵਿੱਚ ਕਿਸ ਤਰ੍ਹਾਂ ਗੁਣਸੂਤਰ ਹੁੰਦੇ ਹਨ, ਕ੍ਰੋਮੈਟਿਨ ਹੁੰਦੇ ਹਨ। ਕਿਹਨੂੰ ਕ੍ਰੋਮੈਟਿਨ ਕਿਹਾ ਹੈ? ਇੱਕ ਵਾਰੀ ਪੜ੍ਹੋ, ਠੀਕ ਹੈ, ਤੁਹਾਨੂੰ ਸਮਝ ਆਏਗੀ। ਆਹ ਸਾਰੇ ਦੇ ਵਿੱਚ ਇਹੋ ਚੀਜ਼ ਦਿੱਤੀ ਹੋਈ ਹੈ। ਬਾਕੀ ਅਗਲਾ ਭਾਗ ਆਪਾਂ ਨੈਕਸਟ ਪਾਰਟ ਦੇ ਵਿੱਚ ਕਰਾਂਗੇ। ਇਹ ਸੈਕਿੰਡ ਪਾਰਟ ਸੀਗਾ। ਹੁਣ ਥਰਡ ਪਾਰਟ ਦੇ ਵਿੱਚ ਆਪਾਂ ਅੱਗੋਂ ਸੈੱਲ ਦੇ ਬਾਰੇ ਪੜ੍ਹਾਂਗੇ। ਸੈੱਲ ਦੀ ਬਹੁਤ ਡਿਟੇਲ ਹੈ, ਇਸ ਕਰਕੇ ਡਰਨਾ ਨਹੀਂ, ਆਰਾਮ ਨਾਲ ਪੜ੍ਹਨਾ ਹੈ। ਓਕੇ, ਅੱਛਾ ਲੱਗੇ ਲਾਈਕ ਕਰੋ, ਸਬਸਕ੍ਰਾਈਬ ਕਰੋ। ਥੈਂਕ ਯੂ, ਹੈਵ ਅ ਨਾਈਸ ਡੇ।